बाबा जी वाह मेरे कर्मा नहीं रिसा नाल बई अमृतपाल गोल बाग बल्ला बल्ला। ਕੁਸ਼ਤੀ ਦੇ ਵਾਰਸ YouTube ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅਮਿਤ ਠਾਕਰ ਤੇ ਅੱਜ ਆਪਾਂ ਪੰਜਾਬ ਕੇਸਰੀ ਪਹਿਲਵਾਨ ਨੇ ਅਮਰਤ ਪਹਿਲਵਾਨ ਗੋਲਬਾਗ ਅੰਮ੍ਰਿਤਸਰ ਤੋਂ ਤੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਪਹਿਲਵਾਨ ਜੀ ਤੁਹਾਡਾ ਸਾਡੇ ਚੈਨਲ ਤੇ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੇਰੇ ਘਰ ਆਏ ਤੇ ਸਾਰੇ ਦਰਸ਼ਕਾਂ ਨੂੰ ਜਿਹੜੇ ਵੇਖ ਰਹੇ ਆ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਪਹਿਲਵਾਨ ਜੀ ਸਭ ਤੋਂ ਪਹਿਲਾਂ ਤੇ ਸਵਾਲ ਇਹ ਹੈਗਾ ਵੀ ਆਪਣੀ ਫੈਮਿਲੀ ਵਿੱਚ ਕੌਣ ਕੌਣ ਹੈ? ਹਾਂਜੀ, ਮੇਰੀ ਫੈਮਿਲੀ 'ਚ ਜਿਹੜੇ ਮੇਰੇ ਫਾਦਰ ਸਾਹਿਬ ਅਤੇ ਮੰਮੀ, ਦੋ ਮੇਰੀਆਂ ਸਿਸਟਰਸ ਨੇ ਮੇਰੇ ਤੋਂ ਵੱਡੀਆਂ ਉਹ, ਅਤੇ ਇੱਕ ਮੇਰੇ ਤੋਂ ਛੋਟਾ ਭਰਾ ਵਾ। ਇੱਕ ਸਿਸਟਰ ਜਿਹੜੀ ਆ ਵੱਡੇ ਉਹਨਾਂ ਦੀ ਮੈਰਿਜ ਹੋ ਚੁੱਕੀ ਆ, ਅਤੇ ਇੱਕ ਛੋਟੇ ਜਿਨ੍ਹਾਂ ਦਾ ਇਹ ਥੋੜ੍ਹੇ ਚਿਰ ਤੱਕ ਅਸੀਂ ਆ ਲੋਕਡਾਊਨ ਤੋਂ ਪਹਿਲਾਂ ਸ਼ਾਇਦ ਉਹਨਾਂ ਦੀ ਆਪਾਂ ਸਾਰਾ ਕੁਝ ਕੀਤਾ ਪਿਆ ਸੀ ਅਤੇ ਉਹ ਲੋਕਡਾਊਨ ਕਰਕੇ ਥੋੜ੍ਹਾ ਹੋ ਗਿਆ, ਅਤੇ ਹੁਣ ਉਹਨਾਂ ਦੀ ਮੈਰਿਜ ਹੈ ਅਤੇ ਫਿਰ ਮੇਰੀ ਵਾਰੀ ਅਤੇ ਫਿਰ ਛੋਟੇ ਬ੍ਰਦਰ ਦੀ ਹੈ ਜੀ। ਠੀਕ ਹੈ, ਪਹਿਲਵਾਨ ਜੀ ਆਪਣੀ ਸਟੱਡੀ ਦੇ ਬਾਰੇ ਦੱਸਿਓ ਵੀ ਸਟੱਡੀ ਚੱਲਦੀ ਪਈ ਹੈ ਜਾਂ ਕੰਪਲੀਟ ਹੋ ਗਈ ਹੈ? ਨਹੀਂ, ਸਟੱਡੀ ਹੁਣ ਨਾ ਮੇਰੀ ਲਗਭਗ ਆਲਮੋਸਟ ਡਨ ਆ। ਕਿ ਪਹਿਲਾਂ ਮਨ 'ਚ ਇਹ ਸੀਗਾ ਕਿ ਤੁਹਾਨੂੰ ਪਤਾ ਭਲਵਾਨੀ ਵਿੱਚ ਜਦੋਂ ਬੰਦਾ ਭਲਵਾਨੀ ਕਰਦਾ ਅਤੇ ਪੜ੍ਹਾਈ ਵੱਲੋਂ ਥੋੜ੍ਹਾ ਜਿਹਾ ਭਲਵਾਨ ਘੱਟ ਪੜ੍ਹਦਾ, ਟਾਈਮ ਘੱਟ ਲੱਗਦਾ, ਅਤੇ ਫਿਰ ਵੀ 10th ਤੱਕ ਮੈਂ CBSE ਕੀਤੀ ਆ, ਅਤੇ ਬਾਅਦ 'ਚੋਂ +1 +2 ਕਰਦਿਆਂ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ, ਮੈਂ ਆਰਾਮ ਨਾਲ ਕੀਤੀ। ਫਿਰ ਫਾਦਰ ਸਾਹਿਬ ਨੂੰ ਇਹ ਸ਼ੌਂਕ ਸੀਗਾ ਕਿ ਮੇਰਾ ਮੁੰਡਾ ਘੱਟ ਤੋਂ ਘੱਟ ਗ੍ਰੈਜੂਏਟ ਹੋਵੇ, ਅਤੇ ਮੈਂ ਮਤਲਬ ਕਿ ਜਦੋਂ ਮੈਂ BA ਕੀਤੀ, BA ਸਟਾਰਟ ਕੀਤੀ, ਅਤੇ ਮੈਨੂੰ ਕਦੀ ਵੀ ਇੱਕ ਪ੍ਰੋਬਲਮ ਨਹੀਂ ਆਈ। ਮੈਂ ਵਧੀਆ ਸਬਜੈਕਟ ਵੀ ਵਧੀਆ ਰੱਖੇ ਅਤੇ BA ਕਰਦਿਆਂ ਮੈਨੂੰ ਕਦੀ ਪ੍ਰੋਬਲਮ ਨਹੀਂ ਆਈ ਕਿ ਜਾਂ ਮੇਰੇ ਕੋਲ BA ਹੋ ਨਹੀਂ ਸਕਦੀ ਇਹ ਉਹ। ਮੈਂ ਬਿਲਕੁਲ ਆਰਾਮ ਨਾਲ BA ਵੀ ਕੀਤੀ, ਅਤੇ ਇੱਕ ਅੱਧੀ ਸਗੋਂ ਸਪਲੀ ਆਈ, ਉਹ ਵਿੱਚ ਕੁਸ਼ਤੀ ਆ ਗਈ ਸੀਗੀ, ਅਤੇ ਕੁਸ਼ਤੀ ਵੀ ਮਹਾਰਾਸ਼ਟਰ ਗਏ ਸੀ ਆਪਾਂ ਉਦੋਂ, ਅਤੇ ਉਦੋਂ ਆਈ, ਅਤੇ ਫਿਰ ਮੈਂ ਕਿਹਾ ਚੱਲ ਪੇਪਰ ਛੱਡ ਦਿੰਦੇ ਹਾਂ, ਪੇਪਰ ਆ ਕੇ ਦੇ ਦਾਂਗੇ। ਫਿਰ ਸਪਲੀ ਇੱਕ ਅੱਧੀ ਦੇ ਭਲਵਾਨ ਦੀ ਆਉਣੀ ਵੀ ਚਾਹੀਦੀ ਹੈ, ਇਹਨਾਂ ਕਹਿਣਾ ਭਲਵਾਨ ਇੰਨਾ ਇੰਟੈਲੀਜੈਂਟ ਆ, ਅਤੇ ਉਹ ਫਿਰ ਉਹ ਛੱਡੀ। ਫਿਰ BA ਕੰਪਲੀਟ ਹੋ ਗਈ। BA ਤੋਂ ਬਾਅਦ ਮੈਂ ਕਿਹਾ ਕਿ ਮੈਂ BA ਨਹੀਂ, ਫਿਰ ਮੈਂ MA ਕਰਨੀ ਆ, ਅਤੇ MA 'ਚ ਮੈਂ ਮੇਰੇ ਖਿਆਲ 6 ਮਹੀਨੇ 8 ਮਹੀਨੇ ਲਾਏ ਹੋਣੇ MA 'ਚ। ਅਤੇ MA ਫਿਰ ਟਾਈਮ ਵੀ ਮੰਗਦੀ ਸੀਗੀ MA। ਮੈਂ ਹਿਸਟਰੀ 'ਚ ਰੱਖੀ, ਹਿਸਟਰੀ ਪੜ੍ਹਨੀ ਵੀ ਪੈਂਦੀ, ਮੈਂ ਕਿਤਾਬਾਂ ਵਗੈਰਾ ਵੀ ਪੜ੍ਹਦਾ ਰਹਿੰਦਾ ਹੁੰਦਾ ਸੀਗਾ। ਅਤੇ ਫਿਰ ਮੈਂ ਕਿਹਾ ਕਿ ਨਹੀਂ, MA ਦਾ ਨਹੀਂ, ਮੁਸ਼ਕਿਲ ਆ। ਫਿਰ ਰੁਝਾਨ ਸਾਰਾ ਛਿੰਝਾਂ ਵਿੱਚ ਕੁਛ 2-2 3-3 ਟਾਈਮ ਮਿਹਨਤ ਕਰਨੀ, ਸਾਰਾ ਰੁਝਾਨ ਇੱਧਰ ਲੱਗ ਗਿਆ। ਫਿਰ ਮੈਨੂੰ MA ਮੈਂ ਛੱਡਤੀ ਬਾਅਦ 'ਚ। ਤੇ ਪਹਿਲਵਾਨ ਜੀ ਇਹ ਆਪਣਾ ਜਿਹੜਾ ਛਿੰਝਾਂ ਵਿੱਚ ਨਾਂ ਚੱਲਿਆ ਆ ਅਮਰਤਪਾਲ ਗੋਲਬਾਗ, ਉਸ ਦਾ ਮਤਲਬ ਕੁਸ਼ਤੀ ਵੱਲ ਰੁਝਾਨ ਕਿਸ ਤਰ੍ਹਾਂ ਆਇਆ? ਮਤਲਬ ਮੰਮੀ ਡੈਡੀ ਨੂੰ ਸ਼ੌਂਕ ਸੀਗਾ ਜਾਂ ਖੁਦ ਆਪ ਨੂੰ ਸ਼ੌਂਕ ਸੀਗਾ? ਨਹੀਂ ਜੀ, ਮੈਨੂੰ ਐਵੇਂ ਮੈਂ ਝੂਠ ਨਹੀਂ ਬੋਲਦਾ, ਮੈਂ ਹੁਣ ਤੁਹਾਨੂੰ ਕਹੀ ਜਾਵਾਂ ਮੈਨੂੰ ਬੜਾ ਸ਼ੌਂਕ ਸੀ। ਮੈਨੂੰ ਬਿਲਕੁਲ ਵੀ ਭਲਵਾਨੀ ਬਾਰੇ ਕੋਈ ਸ਼ੌਂਕ ਨਹੀਂ ਹੈਗਾ, ਨਾ ਮੈਨੂੰ ਪਤਾ ਹੈਗਾ ਮੈਂ ਭਲਵਾਨੀ ਕੀ ਚੀਜ਼ ਆ। ਨਾ ਮੇਰੇ ਦਾਦਾ ਜੀ, ਨਾ ਮੇਰੇ ਫਾਦਰ ਸਾਹਿਬ, ਨਾ ਚਾਚਾ, ਨਾ ਕੋਈ ਵੀ ਸਾਡੇ ਖਾਨਦਾਨ 'ਚੋਂ ਵੀ ਕੋਈ ਭਲਵਾਨ ਨਹੀਂ ਹੋਇਆ। ਅਤੇ ਫਾਦਰ ਸਾਹਿਬ ਨੂੰ ਇੰਨਾ ਜ਼ਿਆਦਾ ਸ਼ੌਂਕ ਸੀ, ਬੇਹੱਦ ਜਿਹਨੂੰ ਕਹਿ ਸਕਦੇ ਹਾਂ, ਕਿ ਉਹਨਾਂ ਨੂੰ ਇੰਨਾ ਜ਼ਿਆਦਾ ਸ਼ੌਂਕ ਸੀ ਕਿ ਉਹਨਾਂ ਦਾ ਸ਼ੌਂਕ ਇੱਕ ਦਿਨ ਨਾ ਮੈਨੂੰ ਜਿੱਦਾਂ ਮੇਰੀ ਕੋਈ ਡਰ ਨਾਲ ਮਜਬੂਰੀ ਜਿਹੀ ਬਣ ਜਾਂਦਾ, ਅਤੇ ਪਹਿਲਾਂ ਉਹ ਮੇਰੀ ਮਜਬੂਰੀ ਬਣ ਗਿਆ। ਬਟ ਉਹਨਾਂ ਨੂੰ ਪਤਾ ਸੀ ਕਿ ਕਿਉਂਕਿ ਉਹਨਾਂ ਦਾ ਨਾ ਜੱਸਾ ਪਹਿਲਵਾਨ ਜੀ ਪਚਾਦਾ, ਜਿਨ੍ਹਾਂ ਨੂੰ ਉਹਨਾਂ ਨਾਲ ਉਹਨਾਂ ਦੀ ਕਾਫੀ ਚਿਰ ਡਿਊਟੀ ਰਹੀ, ਹੋਰ ਵੀ ਬੜੇ ਵਧੀਆ ਭਲਵਾਨਾਂ ਨਾਲ ਉਹਨਾਂ ਦਾ ਨਾ ਮੇਲ ਜੋਲ ਹੈਗਾ ਸੀਗਾ। ਅਤੇ ਡੈਡੀ ਨੂੰ ਭਲਵਾਨਾਂ ਦੀ ਲਾਈਫ ਸਟਾਈਲ ਬਹੁਤ ਵਧੀਆ ਲੱਗਦਾ ਹੈ ਕਿ ਯਾਰ ਭਲਵਾਨ ਦੀ ਇੱਕ ਇੱਜ਼ਤ ਵੀ ਬਹੁਤ ਜ਼ਿਆਦਾ ਹੁੰਦੀ ਆ, ਅਤੇ ਭਲਵਾਨੀ ਤੋਂ ਬੰਦਾ ਤਰੱਕੀ ਕਰਦਾ ਵਾ, ਦੌਲਤ ਕਮਾਉਂਦਾ, ਸ਼ੋਹਰਤ ਕਮਾਉਂਦਾ। ਅਤੇ ਡੈਡੀ ਨੂੰ ਇਹ ਸੀ ਕਿ ਮੈਂ ਆਪਣੇ ਮੁੰਡੇ ਨੂੰ ਇਹਨੂੰ ਭਲਵਾਨ ਬਣਾਉਣਾ। ਮੈਨੂੰ ਪੜ੍ਹਾਈ ਦੇ ਨਾਲ ਸ਼ੁਰੂ ਤੋਂ ਹੀ ਜਦੋਂ ਮੈਂ ਛੋਟਾ ਸੀਗਾ, ਮੈਨੂੰ ਉਠਾ ਕੇ ਇਹਨਾਂ ਨੇ ਸੈਰ 'ਤੇ ਲੈ ਜਾਣਾ, ਕਿ ਜਦੋਂ ਮੈਂ 10 ਡੰਡ ਵੀ ਨਹੀਂ ਲਾ ਸਕਦਾ, ਉਦੋਂ ਵੀ ਇਹਨਾਂ ਨੇ ਮੇਰੇ ਕੋਲ ਧੱਕੇ ਨਾਲ ਡੰਡ ਮਰਵਾਉਣੇ, ਮੇਰੇ ਕੋਲ ਕੋਈ ਨਾ ਕੋਈ ਐਕਟੀਵਿਟੀ ਕਰਾਉਣੀ, ਕਿ ਤਾਂ ਕਿ ਇਹਦੇ ਸਰੀਰ 'ਚ ਜਾਂ ਕੋਈ ਇੱਦਾਂ ਦੀ ਮੂਵਮੈਂਟ ਆਉਣ ਕਿ ਇਹ ਆਉਣ ਵਾਲੇ ਸਮੇਂ 'ਚ ਨਾ ਇਹਦਾ ਭਲਵਾਨੀ ਵੱਲ ਰੁਝਾਨ ਵਧੇ। ਅਤੇ ਸਾਰਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਨਾ ਵੀ ਭਲਵਾਨੀ ਵੱਲ ਅੱਜ ਤਾਂ ਮੇਰਾ ਸ਼ੌਂਕ ਹੈ ਖੁਦ ਦਾ। ਅੱਜ ਮੈਨੂੰ ਲੱਗਦਾ ਕਿ ਮੇਰੇ ਘਰਦਿਆਂ ਨੇ ਮੇਰੇ ਵਾਸਤੇ ਜ਼ੋਰ ਲਾਇਆ, ਮੇਰੇ ਨਾਲ ਧੱਕਾ ਕੀਤਾ ਅਤੇ ਵਧੀਆ ਕੀਤਾ, ਬਟ ਇਹ ਸਾਰਾ ਡੈਡੀ ਵੱਲੋਂ ਹੀ ਹੋਇਆ ਸਾਰਾ ਕੁਛ, ਜੋ ਵੀ ਹੈ ਭਲਵਾਨੀ ਦਾ ਸਿਸਟਮ ਸਾਰਾ। ਤੇ ਪਹਿਲਵਾਨ ਜੀ ਕਿੰਨੀ ਕੁ ਉਮਰ ਵਿੱਚ ਸ਼ੁਰੂ ਕਰਤੀ ਸੀ ਤੁਸੀਂ ਪਹਿਲਵਾਨੀ? ਮੈਂ ਉਦੋਂ ਸੀਗਾ 8th ਕਰਕੇ, ਅਤੇ 8th ਤੋਂ ਬਾਅਦ ਨਾ ਮੈਂ CBSE ਕਰਦਾ ਸੀਗਾ, ਅਤੇ ਉਹ ਫਿਰ 9th 'ਚ ਜਦੋਂ ਮੈਂ ਉਹ CBSE ਵਾਲੇ ਬੱਚੇ ਨੂੰ ਨਾ ਕੋਈ ਇੰਨਾ ਜ਼ਿਆਦਾ ਰੈਸਲਿੰਗ ਬਾਰੇ ਕਰਦੇ ਨਹੀਂ ਗੇ, ਵੀ ਮਤਲਬ ਉਹ ਲੜਾਉਂਦੇ ਨਹੀਂ ਕੁਸ਼ਤੀਆਂ ਇਹ ਉਹ। ਅਤੇ ਫਿਰ ਇਹਨਾਂ ਨੇ ਸਲਾਹ ਕੀਤੀ ਸਾਰਿਆਂ ਨੇ ਕਿ
ਇਹ ਤੂੰ ਇਹਦੇ ਕੋਲ ਜੇ ਰੈਸਲਿੰਗ ਕਰਾਉਣੀ ਹੈ ਤੇ ਇਹਨੂੰ ਫਿਰ ਤੁਸੀਂ CBSE ਤੋਂ ਨਾਲ ਨਾ ਜਾਂ ਸਕੂਲ ਵਾਲਿਆਂ ਨੂੰ ਜਾ ਕੇ ਸਪੈਸ਼ਲ ਤੁਸੀਂ ਕਹੋ ਕਿ ਇਹ ਬੱਚਾ ਆਉਂਦੇ ਸਾਲ ਨੂੰ ਸਕੂਲ ਹੀ ਲੜਨੀ ਚਾਹੁੰਦਾ ਵਾ ਇਹ ਉਹ। ਫਿਰ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਸਾਰਾ ਮਤਲਬ ਵੀ 9th ਦੇ ਵਿੱਚ ਮੈਂ ਜਿਹੜੀ ਹੈ ਨਾ 8th ਕਰਕੇ ਮਤਲਬ ਸਾਰੀ, ਅਤੇ ਫਿਰ 9th 'ਚ ਮੈਂ ਪੂਰੀ ਭਲਵਾਨੀ ਸ਼ੁਰੂ ਕਰਤੀ ਆਮ ਜਿਹੜੀ ਹੁੰਦੀ ਆ ਕਿ ਬੇਸ ਸ਼ੁਰੂ ਕਰਤਾ। ਅਤੇ 9th 10th ਦੇ ਵਿੱਚ ਮੈਨੂੰ ਪਤਾ ਲੱਗ ਗਿਆ ਕਿ ਹਾਂਜੀ ਕੀ ਸਟਰਗਲ ਵੀ ਕੀਤਾ, ਬੜਾ ਕੁਝ ਝੱਲਣਾ ਪੈਂਦਾ। ਅਤੇ ਫਿਰ +1 +2 ਦੇ ਵਿੱਚ ਮੈਂ ਪੂਰਾ ਖੁੱਭ ਗਿਆ ਗਾ ਭਲਵਾਨੀ ਵਿੱਚ। ਹਾਂਜੀ। ਤੇ ਪਹਿਲਵਾਨ ਜੀ ਜਿਹੜੀ ਮਤਲਬ ਸਟਾਰਟਿੰਗ ਕਿਹੜੇ ਅਖਾੜੇ ਤੋਂ ਕੀਤੀ ਹੈ, ਕਿੱਥੋਂ ਲੰਗੋਟੀ ਬਣਨਾ ਸ਼ੁਰੂ ਕੀਤੀ ਸੀਗੀ ਪਹਿਲਵਾਨੀ ਦੀ? ਮੈਂ ਭਾਈ ਮੈਂ ਪੱਖੋ ਕੇ ਖੜਾ ਹਰਭਜਨ ਭਲਵਾਨ ਜੀ ਦਾ ਜਿਹੜਾ ਤਰਨਤਾਰਨ ਜ਼ਿਲ੍ਹੇ 'ਚ ਪੈਂਦਾ, ਉੱਥੋਂ ਮੈਂ ਸ਼ੁਰੂਆਤ ਕੀਤੀ, ਜਿੱਥੇ ਮੈਨੂੰ ਜਾਂਦਿਆਂ ਹੀ ਸਭ ਤੋਂ ਵਧੀਆ ਹਰਪਾਲ ਭਲਵਾਨ ਜੀ ਆ ਪੱਟੀ ਤੋਂ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਮੈਨੂੰ ਵੇਖਿਆ, ਮੇਰਾ ਬੋਡੀ ਸਟਰਕਚਰ ਵੇਖਿਆ ਅਤੇ ਮੇਰੀ ਉਮਰ ਪੁੱਛੀ ਅਤੇ ਉਹ ਹੱਸਣ ਲੱਗ ਪਏ। ਕਹਿੰਦਾ ਅੱਜ ਕੱਲ੍ਹ ਇੰਨੀ ਉਮਰ 'ਚ ਇੰਨਾ ਵੱਡਾ ਵਧੀਆ ਸਰੀਰ ਬੋਡੀ ਸਟਰਕਚਰ ਆਮ ਤੌਰ 'ਤੇ ਨਾ ਘੱਟ ਮਿਲਦਾ, ਅਤੇ ਤੇਰਾ ਬਹੁਤ ਵਧੀਆ ਬੋਡੀ ਸਟਰਕਚਰ ਆ, ਅਤੇ ਜੇ ਤੂੰ ਇਹਨੂੰ ਮਿਹਨਤ ਕਰੇ, ਇਹਨੂੰ ਤਰਾਸ਼ੇ ਵਧੀਆ ਹੋਵੇ, ਤਾਂ ਇੱਕ ਦਿਨ ਤੂੰ ਬਹੁਤ ਵਧੀਆ ਭਲਵਾਨ ਬਣੇਗਾ। ਅਤੇ ਮੈਂ ਝੂਠ ਨਹੀਂ ਬੋਲਦਾ, ਮੇਰੇ ਉਦੋਂ ਜਿੱਦਾਂ ਕਹਿ ਸਕਦੇ ਨਾ ਮੈਨੂੰ ਇੰਨਾ ਸ਼ੌਂਕ ਵੀ ਨਹੀਂ ਸੀਗਾ, ਮੇਰੇ ਉੱਪਰ ਦੀ ਗੱਲ ਲੰਘ ਜਾਂਦੀ ਸੀ ਮੈਂ, ਪਰ ਹਾਂ ਮੈਂ ਸੌਖਾ ਹੋ ਗਿਆ ਜਿੱਦਾਂ ਵੀ ਮੈਂ ਮਿਹਨਤ ਕਰਦਾ ਸੀਗਾ। ਜੋ ਕਲਾਸ ਲੱਗਣੀ ਹੈ ਮੈਂ ਕਲਾਸ ਪੂਰੀ ਲਾਉਣੀ। ਕਈ ਵਾਰ ਬੱਚੇ ਦਾ ਹੁੰਦਾ ਕਿ ਯਾਰ ਮੈਂ ਐਕਸਟਰਾ ਕਰਾਂ, ਕਿਉਂਕਿ ਮੈਨੂੰ ਭਾਈ ਮੁੱਕਦੀ ਗੱਲ ਇਹ ਆ ਕਿ ਮੈਨੂੰ ਕਦੀ ਵੀ ਮੈਂ ਆਪਣੇ ਰਿਸ਼ਤੇਦਾਰੀ 'ਚੋਂ ਜਾਂ ਆਪਣੇ ਖਾਨਦਾਨ 'ਚੋਂ ਕਿਸੇ ਨੂੰ ਭਲਵਾਨੀ ਤੋਂ ਤਰੱਕੀ ਕਰਦੇ ਨਹੀਂ ਵੇਖਿਆ, ਜਾਂ ਦੇਖਿਆ ਹੁੰਦਾ ਫਿਰ ਮੈਂ ਕਹਿੰਦਾ ਕਿ ਯਾਰ ਹਾਂ ਕਿ ਭਲਵਾਨੀ ਤੋਂ ਨੇ ਇੱਦਾਂ ਕੁਝ ਕੀਤਾ, ਮੈਨੂੰ ਪਤਾ ਨਹੀਂ ਗਾ ਭਲਵਾਨੀ ਕੀ ਚੀਜ਼ ਆ। ਅਤੇ ਹੌਲੀ ਜਦੋਂ ਮੈਂ ਵੇਖਣਾ ਕਿ ਇਹ ਛਈਆਂ 'ਤੇ ਜਾਂਦੇ ਆ, ਇਹਨਾਂ ਦੀਆਂ ਅਨਾਊਂਸਮੈਂਟਾਂ ਹੁੰਦੀਆਂ, ਨਾਮ ਕਮਾਉਂਦੇ ਆ, ਸਾਰਾ ਕੁਝ ਕਮਾਉਂਦੇ ਆ, ਸਾਰਾ ਵਧੀਆ, ਫਿਰ ਮੈਨੂੰ ਹੌਲੀ ਕਰਕੇ ਮੈਨੂੰ ਮਤਲਬ ਇਹ ਭਲਵਾਨੀ ਦਾ ਸ਼ੌਂਕ ਪੈਣ ਲੱਗ ਪਿਆ। ਤੇ ਮਤਲਬ ਹੁਣ ਆਪਣੇ ਉਸਤਾਦ ਜੀ ਕੌਣ ਨੇ, ਮਤਲਬ ਪੱਗ ਕਿੱਥੇ ਦਿੱਤੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਲੈਂਦੇ ਪੱਗ ਦਿੱਤੀ ਹੈ ਨਾ? ਬਿਲਕੁਲ ਇਹ ਮੈਂ ਥੋੜ੍ਹੀ ਮੇਰੀ ਗੱਲ ਕੱਟੀ ਗਈ। ਅਤੇ ਪੱਖੋ ਕੇ ਖਾੜੇ ਮੈਂ ਇੱਦਾਂ ਸਾਲ 1.5 ਸਾਲ ਲਗਾਇਆ ਹੈਗਾ ਜਦੋਂ, ਅਤੇ ਉੱਥੇ ਮੈਨੂੰ ਮਤਲਬ ਫਿਰ ਥੋੜ੍ਹਾ ਡੈਡੀ ਹੋਣਾ ਨੂੰ ਸ਼ੌਂਕ ਸੀਗਾ ਕਿ ਇਹ ਮਿੱਟੀ 'ਤੇ ਜ਼ਰੂਰ ਕਰੇ ਭਲਵਾਨੀ, ਪਰ ਨਾਲ ਆਪਣੇ ਨੈਸ਼ਨਲ ਵਗੈਰਾ ਵੀ ਖੇਡੇ, ਜੂਨੀਅਰ ਨੈਸ਼ਨਲਾਂ ਖੇਡੇ, ਸਕੂਲਾਂ 'ਚੋਂ ਮੈਡਲ ਲੈ ਕੇ ਆਵੇ, ਇੱਦਾਂ ਉੱਦਾਂ। ਫਿਰ ਉਹਨਾਂ ਨੇ ਮੈਨੂੰ ਖੰਨੇ ਜਿਹੜਾ ਨਾ ਅਖਾੜਾ ਦੂਜਾ ਸੁਭਾਸ਼ ਪਹਿਲਵਾਨ ਕੋਚ ਸੀਗਾ, ਸੁਭਾਸ਼ ਕੋਚ ਸਾਹਿਬ ਅਤੇ ਮੁਕੇਸ਼ ਕੁਮਾਰ ਜਿਹੜੇ SP ਬਣ ਚੁੱਕੇ ਨੇ ਹੁਣ, ਉਹ ਸੀਗੇ ਉੱਥੇ, ਅਤੇ ਉਹਨਾਂ ਨੇ ਮੈਨੂੰ ਉੱਥੇ ਛੱਡਤਾ। ਅਤੇ ਉੱਥੇ ਮੈਂ 3.5 ਸਾਲ ਜਿਹੜੇ ਨਾ ਫਿਰ ਪੱਖੋ ਕੇ ਖਾੜੇ ਤੋਂ ਬਾਅਦ ਉੱਥੇ ਲਗਾਏ, ਅਤੇ ਜਿੱਥੇ ਮੇਰਾ ਮੈਟ ਦਾ ਥੋੜ੍ਹਾ ਜਿਹਾ ਮੇਰਾ ਬੇਸ ਬਹੁਤ ਠੀਕ ਹੋ ਗਿਆ, ਵਧੀਆ ਗਿਆ। ਮੈਂ ਫਿਰ ਸਕੂਲਾਂ 'ਚੋਂ ਨੈਸ਼ਨਲ ਵਗੈਰਾ ਖੇਡੀਆਂ ਅਤੇ ਜੂਨੀਅਰ ਨੈਸ਼ਨਲ ਵਗੈਰਾ ਖੇਡੀਆਂ ਉੱਥੋਂ, ਅਤੇ ਮੇਰਾ ਉੱਥੇ ਥੋੜ੍ਹਾ ਵਧੀਆ ਸਿਸਟਮ ਬਣ ਗਿਆ। ਅਤੇ ਉਸ ਤੋਂ ਬਾਅਦ ਕੋਈ ਇਹੋ ਜਿਹਾ ਕਾਰਨ ਬਣਿਆ ਕਿ ਮੈਨੂੰ ਮਤਲਬ ਮੈਂ ਪਹਿਲਾਂ ਜਿੱਦਾਂ ਭਲਵਾਨੀ 'ਚੋਂ ਵਧੀਆ ਤਰੱਕੀ ਕੀਤੀ, ਮੈਂ ਛੇਤੀ ਮੇਰੀ ਗਰੋਥ ਵਧੀਆ ਹੋ ਗਈ, ਅਤੇ ਬਾਅਦ 'ਚ ਨਾ ਇੱਕ ਟਾਈਮ ਇੱਦਾਂ ਦਾ ਆਉਂਦਾ ਆ ਕਿ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਸਾਡੀ ਮਤਲਬ ਕਹਿ ਸਕਦੇ ਹਾਂ ਵੀ ਉਹ ਮਤਲਬ ਸਾਨੂੰ ਮੋਟੀਵੇਟ ਕਰਨ ਲਈ ਨਾ ਸਾਨੂੰ ਇਹ ਕੁਛ ਨਾ ਕੁਛ ਸਾਡੇ ਨਾਲ ਇੱਦਾਂ ਮਾੜਾ ਕਰਦਾ ਆ ਕਿ ਇਹ ਜੇ ਟੁੱਟ ਜਾਊਗਾ ਅਤੇ ਇਹ ਨਹੀਂ ਕੁਛ ਬਣ ਸਕੂਗਾ, ਜੇ ਉਹ ਲੱਗਾ ਰਹੂਗਾ ਕਿ ਫਿਰ ਮਤਲਬ ਕਿ ਇਹ ਕੁਛ ਨਾ ਕੁਛ ਬਣੂਗਾ। ਅਤੇ ਉਹ ਮੇਰੀ ਥੋੜ੍ਹੀ ਗਰੋਥ ਰੁਕ ਗਈ, ਮੈਨੂੰ ਐਂ ਲੱਗੇ ਕਿ ਯਾਰ ਬਸ ਇੰਨਾ ਕਿ ਮੇਰੇ ਕੋਲ ਤਕੜਾ ਹੋਇਆ ਜਾਣਾ, ਇਸ ਤੋਂ ਵੱਧ ਮੇਰੇ ਕੋਲ ਤਕੜਾ ਨਹੀਂ ਹੋਇਆ ਜਾਣਾ। ਅਤੇ ਮੈਂ ਨਾ ਕਾਫੀ ਫਿਰ ਵੀ ਲੱਗਦਾ ਰਹਿਣਾ ਮਤਲਬ, ਪਰ ਮੈਂ ਨਾ ਟੁੱਟ ਕੇ ਨਾ ਇੱਕ ਦਿਨ ਘਰ ਆ ਗਿਆ ਅਤੇ ਵਾਪਸ ਆ ਗਿਆ ਖੰਨੇ ਖਾੜੇ ਤੋਂ। ਅਤੇ ਮੈਂ ਘਰ ਆ ਕੇ ਮੈਂ ਰੋਣ ਜੇ ਲੱਗ ਪਿਆ, ਮੈਂ ਕਿਹਾ ਮੈਨੂੰ ਨਹੀਂ ਪਤਾ ਲੱਗਦਾ ਭਲਵਾਨੀ ਦਾ, ਮੇਰੇ ਕੋਲ ਨਹੀਂ ਹੋਣੀ ਕੁਛ ਵੀ ਇੱਦਾਂ, ਅਤੇ ਮੈਂ ਨਹੀਂ ਕਰਨੀ। ਅਤੇ ਇਹ ਵੀ ਥੋੜ੍ਹਾ ਅਪਸੈਟ ਜਿਹੇ ਹੋ ਗਏ ਵੀ ਯਾਰ ਤੈਨੂੰ ਹੁਣ 4-5 ਸਾਲ ਹੋ ਗਏ ਭਲਵਾਨੀ ਵਿੱਚ ਵੜੇ ਨੂੰ, ਅਤੇ ਅਸੀਂ ਤਾਂ ਤੇਰੇ 'ਤੇ ਬੜੀਆਂ ਵੱਡੀਆਂ ਆਸਾਂ ਲਾਈਆਂ ਆ, ਅਤੇ ਤੂੰ ਅੱਜ ਸਾਡੀਆਂ ਆਸਾਂ 'ਤੇ ਇੱਦਾਂ ਕਿੱਦਾਂ ਪਾਣੀ ਫੇਰ ਰਿਹਾ, ਕੀ ਕਰੇਂਗਾ? ਮੈਂ ਕਿਹਾ ਜਿੱਦਾਂ ਮੈਂ ਕਿਹਾ ਆਮ ਬੱਚੇ ਆ, ਮੈਂ ਪੜ੍ਹਾਈ 'ਚ ਠੀਕ ਤਾਂ ਹੈਗਾ ਵਾਂ, ਮੈਨੂੰ ਆਈਲੈਟਸ ਕਰਾ ਦਿਓ, ਮੈਂ ਬਾਹਰ ਚੱਲ ਜਾਊਂਗਾ ਇਹ ਵੋ। ਕਹਿੰਦਾ ਕੀ ਕਰੇਂਗਾ ਆਈਲੈਟਸ ਕਰਾ ਕੇ, ਮੇਰੇ ਘਰਦਿਆਂ ਦਾ ਜੋ ਵੀ ਆ। ਅਤੇ ਇਹਨਾਂ ਨੇ ਮੈਨੂੰ ਇੱਦਾਂ ਮਤਲਬ ਕੀਤਾ ਕਿ ਆਈਲੈਟਸ ਕਰਕੇ ਬਾਹਰ ਜਾਏਗਾ, ਦਿਹਾੜੀਆਂ ਲਾਏਗਾ, ਹਜੇ ਤੇਰੇ ਕੋਲ ਮੌਕਾ, ਅਸੀਂ ਕਿਹੜਾ ਤੇਰੇ ਕੋਲ ਭੱਜਦੇ ਆ, ਤੈਨੂੰ ਪੈਸੇ ਦੀ ਥੋੜ ਨਹੀਂ ਆਉਣ ਦਿੱਤੀ, ਤੂੰ ਜੋ ਮੰਗਦਾ ਅਸੀਂ ਤੈਨੂੰ ਲੈ ਕੇ ਦਿੰਦੇ ਹਾਂ, ਤੂੰ ਕਿਸ ਚੀਜ਼ ਤੋਂ ਭੱਜਦਾ? ਮੈਨੂੰ ਇਹ ਕਿਹਾ ਕਿ ਜਿੱਦਾਂ ਵੀ ਛੇਤੀ ਤੋਂ ਛੇਤੀ ਤਰੱਕੀ ਮਿਲੇ, ਇਹ ਉਹ ਵੱਡਿਆਂ ਵੱਲ ਵੇਖ ਕੇ ਹੋਣਾ ਕਿ ਯਾਰ ਇਹ ਏਡੇ ਆ, ਪਰ ਮੈਨੂੰ ਇਹ ਸਮਝ ਨਹੀਂ ਕਿ ਇਹ ਸਭ ਕੁਛ ਹੌਲੀ ਮਿਲਦਾ। ਪਹਿਲਵਾਨ ਜੀ ਕਿਸ ਤਰ੍ਹਾਂ ਮਤਲਬ ਪਹਿਲਵਾਨੀ ਦਾ ਸ਼ੌਂਕ ਪਿਆ, ਜਿਹੜਾ ਤੁਸੀਂ ਅੰਮ੍ਰਿਤਪਾਲ ਨੂੰ ਆਪਣਾ ਪਹਿਲਵਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ?
ਮੇਰੇ ਪਿਤਾ ਜੀ ਨੂੰ ਬਹੁਤ ਸ਼ੌਂਕ ਸੀਗਾ ਵੀ ਇਹ ਮੇਰਾ ਪੋਤਰਾ ਪਹਿਲਵਾਨ ਦੇ ਖੇਤਰ ਵਿੱਚ ਵਧੇ। ਫਿਰ ਉਹਨਾਂ ਦੇ ਉਹ ਵੀ ਬੜੀ ਕੋਸ਼ਿਸ਼ ਉਹਨਾਂ ਨੇ ਕੀਤੀ ਸੀ ਇਹਨੂੰ ਇਸ ਕੰਮ ਵਿੱਚ ਪਾਉਣ 'ਚ। ਫਿਰ ਉਸ ਤੋਂ ਬਾਅਦ ਮੈਂ ਲੱਗ ਗਿਆ ਇਹਦੇ ਨਾਲ। ਮੈਂ ਕਾਫੀ ਮਿਹਨਤ ਕੀਤੀ ਇਹਦੀ ਰਨਿੰਗ ਕਰਾਉਣ 'ਚ, ਇਹਦੀ ਡੰਡ ਵਗੈਰਾ ਕਢਾਉਣ 'ਚ। ਬਾਕੀ ਜਿੰਨੀ ਮੇਰੇ ਕੋਲ ਕੋਸ਼ਿਸ਼ ਸੀਗੀ ਮੈਂ ਇਹਨੂੰ ਬਦਾਮ ਵਗੈਰਾ ਰਗੜ ਕੇ ਖੁਦ ਆਪ ਦਿੰਦਾ ਸੀਗਾ। ਉਸ ਤੋਂ ਇਲਾਵਾ ਜਿਹੜੀ ਇਹਦੀ ਖੁਰਾਕ ਸੀਗੀ, ਇਹਦੀ ਮਾਤਾ ਨੂੰ ਦੱਸਿਆ ਸੀਗਾ ਵੀ ਇਹਨੂੰ ਇਹ ਚੀਜ਼ ਦੀ ਖੁਰਾਕ ਦੀ ਲੋੜ ਆ, ਤੇ ਉਹ ਮਤਲਬ ਮੈਂ ਦੌਰਾਨੇ ਡਿਊਟੀ ਦੇ ਵੀ ਜਿਹੜਾ ਧਿਆਨ ਰੱਖਦਾ ਸੀਗਾ ਵੀ ਇਹਨੂੰ ਇਸ ਵੇਲੇ ਇਸ ਚੀਜ਼ ਦੀ ਲੋੜ ਆ, ਇਸ ਵੇਲੇ ਇਹਨੂੰ ਇਸ ਚੀਜ਼ ਦੀ ਲੋੜ ਆ, ਤੇ ਇਹਨੂੰ ਦਿੱਤੀ ਆ ਜਾਂ ਨਹੀਂ ਦਿੱਤੀ, ਤੇ ਇਹ ਫਿਰ ਤਿਆਰ ਕਰਕੇ ਤੇ ਇਹਨੂੰ ਖਵਾਉਂਦੇ ਸੀਗੇ। ਤੇ ਅੱਜ ਕਿੰਨਾ ਕੁ ਵਧੀਆ ਲੱਗਦਾ ਹੈ ਜਦੋਂ 1 ਨੰਬਰ ਤੇ ਜਾਂ 2 ਨੰਬਰ ਤੇ ਜਦੋਂ ਕੁਸ਼ਤੀਆਂ ਹੁੰਦੀਆਂ ਨੇ ਪਹਿਲਵਾਨ ਦੀਆਂ, ਜਾਂ ਜਦੋਂ ਕੋਈ ਜਿੱਤ ਕਰਕੇ ਨਾਮ ਜਿੱਤ ਕੇ ਘਰ ਲਿਆਉਂਦੇ ਨੇ, ਤੇ ਕਿੰਨਾ ਵਧੀਆ ਲੱਗਦਾ ਹੈ? ਬਹੁਤ ਖੁਸ਼ੀ ਹੈ ਜੀ, ਬਹੁਤ ਵੱਡੀ ਖੁਸ਼ੀ ਮਹਿਸੂਸ ਹੁੰਦੀ ਆ। ਤੇ ਅੱਜ ਨਾਮ ਆ ਇਹਦਾ, ਇਸ ਪਹਿਲਵਾਨ ਦਾ ਬਹੁਤ ਵਧੀਆ ਨਾਮ ਆ। ਠੀਕ ਹੈ, ਧੰਨਵਾਦ ਜੀ। ਤੇ ਬਹੁਤ ਆਪਣਾ ਮਾਤਾ ਜੀ, ਆਪਣਾ ਜਦੋਂ ਪਹਿਲਵਾਨ ਜੀ ਆਪਣਾ ਕੋਈ ਜਿੱਤ ਕੇ ਕੁਸ਼ਤੀ ਆਉਂਦੇ ਨੇ ਘਰ, ਤੇ ਕਿਉਂਕਿ ਮਾਂ ਦਾ ਵੀ ਪੂਰਾ ਰੋਲ ਹੁੰਦਾ ਹੈ ਪਹਿਲਵਾਨੀ ਦੇ ਉੱਤੇ, ਤੇ ਮਤਲਬ ਖਾਣ ਪੀਣ ਦਾ ਕਿਸ ਤਰ੍ਹਾਂ ਧਿਆਨ ਰੱਖਿਆ ਜਾਂਦਾ? ਹਾਂਜੀ, ਖਾਣ ਵਾਸਤੇ ਇਹਨਾਂ ਨੇ ਵੀ ਸਾਨੂੰ ਕਹਿਣਾ ਵਾ, ਤੇ ਸਾਨੂੰ ਆਪ ਵੀ ਫਿਕਰ ਹੁੰਦਾ ਕਿ ਉਹਦੇ ਵਾਸਤੇ ਆਹ ਡਾਈਟ ਜਿਹੜੀ ਤਿਆਰ ਕਰਨੀ ਆ, ਤੇ ਫਿਰ ਆਉਂਦਿਆਂ ਨੂੰ ਤਿਆਰ ਹੁੰਦੀ ਆ ਚਿਕਨ ਵਗੈਰਾ। ਤੇ ਜੇ ਇਹਨਾਂ ਨੇ ਜਲਦੀ ਆ ਜਾਣਾ, ਫਿਰ ਇਹਨਾਂ ਨੂੰ ਨਾਲ ਹੀ ਬਦਾਮ ਜਿਹੜੇ ਕੋਟੇ ਹੁੰਦੇ ਆ ਉਹ ਦੇ ਕੇ ਪਹਿਲਾਂ ਫਿਰ ਇਹਨਾਂ ਦਾ ਖਾਣਾ ਤਿਆਰ ਕਰਕੇ ਫਿਰ ਇਹਨਾਂ ਨੂੰ ਅਸੀਂ ਖਾਣਾ ਦੇਣਾ ਵਾ। ਫਿਰ ਉਸ ਤੋਂ ਬਾਅਦ ਜਦੋਂ 11-12 ਵਜੇ ਇਹਨਾਂ ਨੇ ਸਿਰਹਾਣੇ ਦੁੱਧ ਰੱਖ ਦੇਈਦਾ ਵਾ। ਕਈ ਵਾਰ ਇਹਨਾਂ ਨੂੰ ਠਾ ਕੇ ਪਿਆਈਦਾ ਵੀ ਦੁੱਧ ਪੀਣਾ ਵਾ। ਹਾਂਜੀ। ਤੇ ਜਦੋਂ ਕੋਈ ਵੀ ਮਤਲਬ ਪ੍ਰਾਈਜ਼ ਜਿੱਤ ਕੇ ਆਉਂਦੇ ਨੇ, ਤੇ ਮਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ, ਕਿਹੋ ਜਿਹਾ ਮਹਿਸੂਸ ਹੁੰਦਾ ਹੈ? ਬਹੁਤ ਖੁਸ਼ੀ ਹੁੰਦੀ ਹੈ ਜੀ। ਮਾਂ ਪਿਓ ਦਾ ਇਹੀ ਸੁਪਨਾ ਹੁੰਦਾ ਕਿ ਸਾਡੇ ਜਿਹੜੇ ਬੱਚੇ ਆ ਉਹ ਅੱਗੇ ਵਧਣ, ਤਰੱਕੀ ਕਰਨ, ਮਾੜੇ ਕੰਮਾਂ 'ਚ ਨਾ ਜਾਣ। ਤੇ ਮਾਂ ਪਿਓ ਨੂੰ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਨਾਮ ਜਿੱਤ ਕੇ ਲਿਆਉਂਦੇ ਆ। ਬਹੁਤ ਜ਼ਿਆਦਾ, ਇਹਦੀ ਕੋਈ ਹੱਦ ਹੀ ਨਹੀਂ ਹੁੰਦੀ ਖੁਸ਼ੀ ਦੀ ਵੀ ਜਿੰਨੀ ਖੁਸ਼ੀ ਹੁੰਦੀ ਹੈ। ਫਿਰ ਆਪਣੇ ਨਿਰਮਲ ਸਿੰਘ ਪਹਿਲਵਾਨ ਜਿਹੜੇ ਨੰਗਲੀ ਤੋਂ ਨੇ, ਡੈਡੀ ਹੋਣੀ ਆਪਣਾ ਮੇਰਾ ਉਹਨਾਂ ਨਾਲ ਫੈਮਿਲੀ ਰਿਲੇਸ਼ਨ ਹੈ, ਆਪਣਾ ਬਹੁਤ ਪਿਆਰ ਆ। ਤੇ ਉਹਨਾਂ ਨੂੰ ਨਾ ਇੱਦਾਂ ਘਰ ਬੁਲਾਇਆ ਕਿ ਇਹ ਨਾ ਥੋੜ੍ਹਾ ਟੁੱਟ ਗਿਆ ਆ। ਉਹਨਾਂ ਨੇ ਮੈਨੂੰ ਆ ਕੇ ਐਜ਼ ਆ ਵੱਡੇ ਬ੍ਰਦਰ ਵਾਂਗੂ ਮਤਲਬ ਮੇਰੇ ਨਾਲ ਬੈਠੇ, ਮੈਨੂੰ ਜਿੱਦਾਂ ਬੱਚਿਆਂ ਵਾਂਗੂ ਸਮਝਾਇਆ। ਕਹਿੰਦੇ ਤੈਨੂੰ ਕਿਸ ਚੀਜ਼ ਦੀ ਕੀ ਕਮੀ ਕੀ ਹੈ, ਤੈਨੂੰ ਦੱਸ, ਤੇਰਾ ਤੂੰ ਸਰੀਰੋਂ ਮਾੜਾ, ਤੂੰ ਨਸ਼ੇ ਕਰਦਾ ਕਿ ਜਾਂ ਤੂੰ ਗਲਤ ਸੰਗਤਾਂ 'ਚ ਪੈ ਗਿਆ, ਕੀ ਹੈ ਤੇਰੇ ਕੋਲ ਇਹੋ ਜਿਹਾ ਵੀ ਜਿਹੜਾ ਤੂੰ। ਤੇ ਫਿਰ ਮੈਨੂੰ ਕਹਿੰਦੇ ਵੀ ਤੂੰ ਮੇਰੀ ਮੰਨ ਕੇ ਤੂੰ ਇੱਥੇ ਮੈਂ ਤੈਨੂੰ ਕਹਿੰਦੇ ਇੱਥੇ ਖੜਾ ਬਣਾ ਦਿੰਦਾ ਵਾ, ਤੂੰ ਨਹੀਂ ਜਾਣਾ ਖੰਨੇ, ਤੇਰਾ ਨਹੀਂ ਜੀ ਲੱਗਦਾ, ਇਹ ਉਹ ਕੁਛ ਵੀ ਹੈ ਨਾ, ਤੂੰ ਇੱਥੇ ਕਰਨੀ ਸ਼ੁਰੂ ਕਰ ਦੇ। ਉਹਨਾਂ ਨੇ ਮੈਨੂੰ ਇੱਦਾਂ ਕਰਕੇ ਕਿ ਮਤਲਬ ਥੋੜ੍ਹਾ ਮੋਟੀਵੇਟ ਕੀਤਾ ਤੇ ਹੌਸਲਾ ਦਿੱਤਾ। ਡੈਡੀ ਨੇ, ਉਹਨਾਂ ਨੇ ਤੇ ਹੌਸਲਾ ਦਿੱਤਾ, ਤੇ ਮੈਂ ਗੋਲਬਾਗ ਖਾੜੇ ਜਾਣਾ ਸ਼ੁਰੂ ਕਰਤਾ ਦੁਬਾਰਾ। ਮੈਂ 1-1.5 ਮਹੀਨਾ ਭਲੂਣੀ ਤੋਂ ਪਿਛਾਂਹ ਰਹਿ ਗਿਆ। ਜਦੋਂ ਮੈਂ ਗੋਲਬਾਗ ਜਾਣਾ ਸ਼ੁਰੂ ਕੀਤਾ ਤੇ ਉੱਥੇ ਮੈਨੂੰ ਜਾਂਦਿਆਂ ਹੀ ਬਾਬੂ ਰਾਮ ਕੋਚ ਸਾਹਿਬ ਸੀਗੇ, ਤੇ ਉਹ ਬੰਟੀ ਭਾਜੀ ਮਿਲੇ। ਇਹਨਾਂ ਨੇ ਮੈਨੂੰ ਵੇਖਿਆ, ਮੈਨੂੰ ਜਾਣਦੇ ਸੀ ਕਿਉਂਕਿ ਮੈਂ ਸਕਾਲੀ ਲੜਦਾ ਹੁੰਦਾ ਸੀ ਨਾ, ਸਾਰੇ ਮੈਨੂੰ ਜਾਣਦੇ ਸੀ। ਤੇ ਇਹਨਾਂ ਮੈਨੂੰ ਪੁੱਛਿਆ ਕਿ ਤੂੰ ਮਤਲਬ, ਮੈਂ ਕਿਹਾ ਭਾਈ ਮੈਂ ਇੱਥੇ ਆਇਆ ਕਰਨਾ ਪ੍ਰੈਕਟਿਸ ਕਰਨ। ਕਹਿੰਦੇ ਵੈਲਕਮ ਆ, ਕੋਈ ਗੱਲ ਨਹੀਂ, ਆ ਜਾਇਆ ਕਰ। ਤੇ ਇਹਨਾਂ ਨੂੰ ਲੱਗਾ ਕਿ ਉੱਦਾਂ ਹੀ ਜਿੱਦਾਂ ਮਹੀਨੇ ਖੰਡ ਲਈ ਬੰਦਾ ਘਰ ਆਉਂਦਾ, ਇੱਥੇ ਪ੍ਰੈਕਟਿਸ ਕਰਨ ਆਇਆ ਕਰੂਗਾ। ਤੇ ਮੈਂ ਜਦੋਂ 1.5 ਮਹੀਨਾ 2 ਮਹੀਨੇ ਹੋ ਗਏ, ਤੇ ਮੈਨੂੰ ਕੋਚ ਸਾਹਿਬ ਵੀ ਕਹਿੰਦੇ ਜਾਂ ਭਾਜੀ ਵੀ ਕਹਿੰਦੇ ਤੂੰ ਵਾਪਸ ਨਹੀਂ ਜਾਣਾ, ਖੰਨੇ ਨਹੀਂ ਜਾਣਾ, ਤੂੰ ਖੰਨੇ ਕਰਦਾ ਹੈ ਨਾ। ਤੇ ਮੈਂ ਕਿਹਾ ਨਹੀਂ, ਮੈਂ ਇੱਥੇ ਕਰਿਆ ਕਰਨੀ ਹੈ। ਤੇ ਉਹਨਾਂ ਦੇ ਮਨ 'ਚ ਆਇਆ ਕਿ ਅੱਛਾ ਜੇ ਇੱਥੇ ਕਰਿਆ ਕਰਨੀ ਹੈ, ਤੇ ਉਹ ਇੱਥੇ ਕਰਨੀ ਆ ਉਹ ਕਰਕੇ। ਤੇ ਇੱਕ ਦਿਨ ਜਦੋਂ ਪਰਮਾਤਮਾ ਦੀ ਮਿਹਰ ਹੋਈ ਕਿ ਉਹ ਗੋਲਬਾਗ ਖਾੜਾ ਹੀ ਮੇਰੇ ਨਾਮ ਦੇ ਮਗਰ ਜੁੜ ਗਿਆ, ਕਿ ਜੋ ਮੇਰੇ ਖੰਨੇ ਖਾੜੇ ਰਹਿ ਕੇ ਜਾਂ ਦੂਜੇ ਖਾੜੇ 'ਚ ਰਹਿ ਕੇ ਕਦੀ ਮੇਰੇ ਨਾਮ ਪਿੱਛੇ ਨਹੀਂ ਲੱਗਾ। ਇੱਕ ਆਮ ਛੋਟਾ ਨੋਰਮਲ ਸਪੈਸ਼ਲ ਤੋਂ ਵੀ ਥੱਲੇ A-B ਕੁਸ਼ਤੀਆਂ ਜਿਹੜੀਆਂ ਹੁੰਦੀਆਂ ਉਹ ਘੁਲਦਾ ਸੀਗਾ ਮੈਂ ਜਦੋਂ ਕਿਤੇ ਵੀ ਛਹਿੰਦੇ ਜਾਣਾ। ਤੇ ਜਦੋਂ ਮੈਂ ਖੰਨੇ ਆਪਣਾ ਗੋਲਬਾਗ ਖਾੜੇ ਆਇਆ, ਕਿ ਇੱਕ ਕਹਿ ਸਕਦੇ ਹਾਂ ਕਿ ਸਾਡੀ ਅੰਮ੍ਰਿਤਸਰ ਦੀ ਮਿੱਟੀ ਮੇਰੇ ਸਰੀਰ ਨੂੰ ਇੰਨੀ ਵਧੀਆ ਲੱਗੀ ਕਿ ਮੈਂ ਉੱਥੇ ਕਾਫੀ ਚਿਰ ਦਾ ਮਤਲਬ ਕਿ ਸੰਘਰਸ਼ ਕਰ ਰਿਹਾ ਹੈ ਨਾ, ਮੈਂ ਆਹ ਜੋੜ 'ਚ ਵੜਾਂ ਇੱਦਾਂ ਉੱਦਾਂ। ਮੈਂ ਇੱਥੇ 6 ਮਹੀਨੇ ਸਾਲ ਲਾਏ, ਘਰੋਂ ਮੈਨੂੰ ਸਾਰਾ ਖੁਰਾਕ ਵਗੈਰਾ ਮੇਰੇ ਆਉਂਦਿਆਂ ਨੂੰ ਮੈਨੂੰ ਇਹ ਠਾ ਕੇ ਰਾਤ ਇਹਨਾਂ ਨੇ, ਮੈਂ ਰੋਟੀ ਖਾ ਕੇ 9-10 ਵਜੇ ਪੈ ਜਾਣਾ।
ਇਹਨਾਂ ਨੇ ਮੈਨੂੰ ਉਠਾ ਕੇ ਤੇ 1-1:30 ਵਜੇ ਫੇਰ ਉਠਾ ਕੇ ਦੁੱਧ ਪਿਆਉਣਾ ਵੀ ਦੁੱਧ ਪੀ ਫੇਰ ਸੌਂ ਜੀ। ਤੇ ਉਹ ਠੰਡਾ ਦੁੱਧ ਮੰਮੀ ਨੇ ਡੈਡੀ ਨੇ ਅਲਾਰਮ ਲਾਇਆ ਹੋਣਾ ਲਾਗੇ, ਉਹਨਾਂ ਨੇ ਮੈਨੂੰ ਉਠਾ ਕੇ ਫਿਰ ਮੈਨੂੰ ਭਾਜੀ ਹੋਰਾਂ ਨੇ, ਬੰਟੀ ਭਾਜੀ ਹੋਰਾਂ ਨੇ, ਬਾਊ ਰਾਮ ਕੋ ਸਾਹਿਬ ਨੇ, ਇਹਨਾਂ ਨੇ ਮਿਹਨਤ ਕਰਾਈ, ਉਹਨਾਂ ਨੇ ਪੂਰੀ ਫੁੱਲ ਰੱਜ ਕੇ ਘਰਦਿਆਂ ਨੇ ਖੁਰਾਕ ਖਵਾਈ। ਇੱਕ ਦੂਜੇ ਇਹ ਕੋਂਬੀਨੇਸ਼ਨ ਬਣਿਆ, ਸਾਰਿਆਂ ਦਾ ਆਪਸੀ ਮੇਲ ਬਣਿਆ। ਇਹਨਾਂ ਨੇ ਮੇਰੇ 'ਤੇ ਧਿਆਨ ਦਿੱਤਾ। ਜੋ ਮੈਂ ਨਹੀਂ ਪਾਉਣਾ ਚਾਹੁੰਦਾ ਉਹ ਮੈਂ ਸਾਲ 1.5 ਸਾਲ ਵਿੱਚ ਮਤਲਬ ਵੀ ਮੈਨੂੰ ਆਪਣੇ ਸਰੀਰ ਨੂੰ ਪਤਾ ਲੱਗ ਗਿਆ ਕਿ ਮੇਰੇ 'ਚ ਕੋਈ ਕਾਫੀ ਜਾਨ ਆ। ਮੈਂ ਖਲੋਣ ਲੱਗ ਪਿਆ, ਮੇਰਾ ਪੈਂਦੜਾ ਵਧੀਆ ਬਣ ਗਿਆ, ਸਾਰਾ ਕੁਛ ਜਿਨ੍ਹਾਂ ਨੂੰ ਮੈਂ ਸੋਚਦਾ ਸੀ ਕਿ ਮੈਂ ਇਹਨਾਂ ਨਾਲ ਘੁਲਣਾ, ਬਾਅਦ 'ਚ ਮੈਂ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਨਾਲ ਘੁਲਿਆ ਵੀ। ਤੇ ਚਲੋ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਕਈਆਂ ਨੂੰ ਢਾਹ ਕੇ ਵੀ ਵਿਖਾਇਆ ਤੇ ਹੌਲੀ ਹੌਲੀ ਤਰੱਕੀ ਹੁੰਦੀ ਗਈ। ਤੇ ਬਾਅਦ 'ਚ ਪਰਮਾਤਮਾ ਦੀ ਮਿਹਰ ਨਾਲ ਵੱਡੀਆਂ ਜੋੜਾਂ ਵਿੱਚ ਮੇਰੀ ਮਤਲਬ ਮੈਂ ਵੱਡੀਆਂ ਜੋੜਾਂ ਦੇ ਵਿੱਚ ਆ ਗਿਆ ਤੇ ਕੁਸ਼ਤੀਆਂ ਵੱਜਣ ਲੱਗ ਪਈਆਂ। ਤੇ ਪਹਿਲਵਾਨ ਜੀ, ਆਪਣਾ ਮੈਟ ਤੇ ਮਿੱਟੀ ਦੀ ਭਵਾਨੀ 'ਚ ਤੁਹਾਨੂੰ ਕਿੰਨਾ ਕੁ ਫਰਕ ਜਾਪਦਾ ਹੈਗਾ? ਦੇਖੋ ਵੀਰ ਜੀ, ਮੈਟ ਤੇ ਮਿੱਟੀ ਦੀ ਭਲਵਾਨੀ 'ਚ ਜੇ ਆਪਾਂ ਕਹੀਏ ਕਿ ਫਰਕ ਨਹੀਂ ਹੈਗਾ ਤੇ ਫਰਕ ਵੀ ਬਹੁਤ ਜ਼ਿਆਦਾ। ਤੇ ਜੇ ਆਪਾਂ ਬਿਲਕੁਲ ਕਹੀਏ ਕਿ ਯਾਰ ਉਹ ਵੱਖਰੀ ਆ ਉਹ ਵੱਖਰੀ ਆ, ਤੇ ਇੰਨਾ ਜਿੱਦਾਂ ਆਪਾਂ ਕਹਿ ਸਕਦੇ ਨਾ ਫਿਰ ਇੰਨਾ ਫਰਕ ਵੀ ਨਹੀਂ ਆ। ਮੈਂ ਮੇਰੀ ਮਤਲਬ ਵੀ ਸਾਡੇ ਜਿਹੜੇ ਵੱਡੇ ਆ ਕੋਚ ਸਾਹਿਬ ਜਾਂ ਸਿਆਣੇ ਭਲਵਾਨ ਆ, ਉਹਨਾਂ ਕੋਲ ਸਿੱਖਿਆ। ਉਹਨਾਂ ਦੀ ਥਿਊਰੀ ਮੁਤਾਬਕ ਚਲੋ ਮੈਂ ਕਹਿ ਸਕਦਾ ਕਿ ਉਹਨਾਂ ਦੇ ਜੋ ਵੀ ਆ ਮੈਂ ਚੀਜ਼ ਨੋਟਿਸ ਕੀਤੀ ਆ, ਮੈਂ ਅਪਣਾਈ ਆ ਚੀਜ਼ ਕਿ ਬੱਚੇ ਦਾ ਜਿਹੜਾ ਸ਼ੁਰੂ ਤੋਂ ਰੁਝਾਨ ਆ ਨਾ, ਉਹਨੂੰ ਥੋੜ੍ਹਾ ਮੈਟ ਵੱਲ ਤੋਰਨਾ ਚਾਹੀਦਾ। ਭਾਵੇਂ ਉਹਨੂੰ ਮਿੱਟੀ 'ਚ ਤੁਸੀਂ ਮੱਲ ਬਣਾਉਣਾ ਚਾਹੁੰਦੇ ਹੋ, ਮੈਟ 'ਤੇ ਉਹਦੇ ਪੈਰਾਂ 'ਚ, ਹੱਥਾਂ ਪੈਰਾਂ 'ਚ ਇੱਦਾਂ ਦੀਆਂ ਮੂਵਮੈਂਟਸ ਆ ਜਾਣਗੀਆਂ ਕਿ ਕੱਲ੍ਹ ਨੂੰ ਜੇ ਤੁਸੀਂ ਉਹ ਮਿੱਟੀ 'ਤੇ ਵੀ ਘੋਲਦਾ ਕੁਛ ਵੀ ਆ ਕਿ ਉਹਨੂੰ ਕਦੀ ਵੀ ਉਹ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪਊਗਾ। ਕਿ ਜੋ ਆਪਾਂ ਮਿੱਟੀ 'ਤੇ ਸ਼ੁਰੂ ਕਰਦੇ ਆ ਨਾ, ਉਹ ਇੱਕ ਤਾਂ ਮਿੱਟੀ 'ਤੇ ਜਦੋਂ ਜਿਹੜਾ ਬੱਚਾ ਸ਼ੁਰੂ ਕਰੂਗਾ ਨਾ, ਉਹ 100 ਚੋਂ 90% ਉਹ ਕਦੀ ਵੀ ਅਟੈਕ ਨਹੀਂ ਮਾਰਦੇ। ਉਹ ਸੋਚਦੇ ਆ ਕਿ ਹਾਂ ਡਿਫੈਂਸ ਕਰਦੇ ਆ। ਅਤੇ ਜਿੱਦਾਂ ਆਪਾਂ ਪੱਟਾਂ ਨੂੰ ਕੱਢਣਾ ਉਹ ਕੁਛ ਵੀ ਆ ਨਾ, ਉਹ ਮਿੱਟੀ ਵਾਲੇ ਸ਼ੁਰੂਆਤ 'ਤੇ ਇਹ ਬੇਸ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਇੱਦਾਂ ਪੱਟ ਕੱਢਣੇ ਆ ਜਾਂ ਜੋ ਵੀ ਆ। ਉਹ ਥੋੜ੍ਹਾ ਲੰਗੋਟੇ ਤੋਂ ਅਤੇ ਇੱਕ ਮਿੱਟੀ 'ਤੇ ਉਹ ਜ਼ੋਰ ਜਦੋਂ ਕਰਦੇ ਉਹ ਬਿਲਕੁਲ ਇੱਕ ਦੂਜੇ ਨਾਲ ਬਰਾਬਰ ਦੇ ਹੁੰਦੇ ਆ, ਫਿਰ ਕਰਦੇ ਆ। ਅਤੇ ਉਹਦੇ 'ਚ ਨਾ ਆਪਾਂ ਉਹ ਟੈਕਨੀਕਾਂ ਨਹੀਂ ਅਪਲਾਈ ਕਰ ਪਾਉਂਦੇ ਜੋ ਸਾਨੂੰ ਮੈਟ 'ਤੇ ਆਪਾਂ ਹਲਕੇ ਭਾਰੇ ਨਾਲ ਇੱਕ ਦੂਜੇ ਨਾਲ ਜ਼ੋਰ ਕਰਨੇ, ਇੱਕ ਦੂਜੇ ਨੂੰ ਅਟੈਕ ਮਾਰਨਾ। ਉਹ ਅਟੈਕ ਸਾਡੇ ਮਿੱਟੀ ਦੇ ਵਿੱਚ ਵੀ ਕੰਮ ਆਉਂਦੇ ਆ ਕਿ ਜਦੋਂ ਬੱਚਾ ਜਾਂ ਜੋ ਵੀ ਆਪਾਂ ਮੈਟ 'ਤੇ ਸ਼ੁਰੂ ਕਰਾਂਗੇ ਨਾ, ਅਤੇ ਸਾਨੂੰ ਅਟੈਕ ਮਾਰਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਮਿਲੂਗਾ। ਹਾਂ, ਤੁਸੀਂ ਮੈਟ 'ਤੇ ਸ਼ੁਰੂ ਕਰੋ, ਸਾਲ 2 ਸਾਲ 3 ਸਾਲ ਮੈਟ 'ਤੇ ਲਾਓ, ਵਿੱਚ ਵਿਚਾਲੇ ਕਿਤੇ ਮਿੱਟੀ 'ਤੇ ਜ਼ੋਰ ਕਰਦੇ ਰਹੋ। ਉਸ ਤੋਂ ਬਾਅਦ ਤੁਸੀਂ ਜੇ ਮਿੱਟੀ 'ਤੇ ਤੁਹਾਨੂੰ ਰੁਝਾਨ ਹੈ ਤਾਂ ਕੋਈ ਗੱਲ ਨਹੀਂ, ਤੁਹਾਡੇ ਟੈਕਸ ਵਗੈਰਾ ਏਡੇ ਵਧੀਆ ਬਣ ਚੁੱਕੇ ਹੋਣੇ ਆ ਕਿ ਤੁਹਾਨੂੰ ਮਿੱਟੀ 'ਤੇ ਕਦੀ ਪ੍ਰੋਬਲਮ ਨਹੀਂ ਆਊਗੀ। ਬਾਅਦ 'ਚ ਤੁਸੀਂ ਭਾਵੇਂ ਲੰਗੋਟਿਆਂ 'ਤੇ ਪਾ ਕੇ ਕੋਈ ਕੰਮ ਕਰੋ, ਭਾਵੇਂ ਤੁਸੀਂ ਕਿਆਰੀ ਚੁੱਕੋ, ਡਬਲ ਪੱਟ ਕੱਢੋ, ਜੋ ਕਰਨਾ ਕਰੋ, ਪਰ ਫਿਰ ਮੇਰੇ ਮੁਤਾਬਕ ਮੈਟ 'ਤੇ ਬੈਸਟ ਆ ਸ਼ੁਰੂਆਤ ਲਈ। ਤੇ ਪਹਿਲਵਾਨ ਜੀ, ਹੁਣ ਤੱਕ ਮਤਲਬ ਕਾਲਜ ਤੋਂ ਜਾਂ ਸਕੂਲ ਤੋਂ ਜਾਂ ਇੰਟਰ ਯੂਨੀਵਰਸਿਟੀ ਤੋਂ ਮਤਲਬ ਪਾਰਟੀਸਪੇਟ ਕੀਤਾ ਹੋਵੇ, ਉਹਦੇ ਬਾਰੇ 'ਚ ਸਾਂਝਾ ਕਰੋ। ਹਾਂਜੀ, ਮੈਂ ਜਦੋਂ ਮੈਂ 20 ਸਾਲ ਦਾ ਸੀਗਾ ਉਦੋਂ ਜੂਨੀਅਰ ਦੀ ਮੇਰੀ ਲਾਸਟ ਸਾਲ ਰਹਿ ਗਿਆ ਸੀਗਾ, ਅਤੇ ਉਦੋਂ ਪਰਮਾਤਮਾ ਦੀ ਮਿਹਰ ਨਾਲ ਫਿਰ ਮੈਂ ਜੂਨੀਅਰ ਨੈਸ਼ਨਲ ਖੇਡੀ। ਅਤੇ ਚਲੋ ਮੇਰਾ ਨਹੀਂ ਮੈਡਲ ਨਹੀਂ ਆਇਆ ਜੂਨੀਅਰ ਨੈਸ਼ਨਲ 'ਚੋਂ। 3rd 4th ਦੀ ਵੀ ਕੁਸ਼ਤੀ ਬਹੁਤ ਜ਼ਿਆਦਾ ਤਕੜੀ ਕਿ ਮੈਂ ਮਤਲਬ ਵਧੀਆ ਲੜਿਆ ਸਾਰੀਆਂ ਕੁਸ਼ਤੀਆਂ, ਅਤੇ ਲੜਿਆ। ਚਲੋ ਮੈਂ ਉਦੋਂ 4th ਪੋਜੀਸ਼ਨ ਆਈ ਸੀਗੀ ਮੇਰੀ ਨੈਸ਼ਨਲ 'ਚੋਂ। ਅਤੇ ਉਸ ਤੋਂ ਬਾਅਦ ਜੂਨੀਅਰ ਤੋਂ ਬਾਅਦ ਫਿਰ ਮਤਲਬ ਜਦੋਂ ਗੋਲਬਾਗ ਅਖਾੜੇ ਆ ਗਿਆ, ਉਦੋਂ ਮੇਰੀ ਫਸਟ ਇੰਟਰ ਕਾਲਜ ਹੋਈ। ਜਦੋਂ ਮੈਂ ਫਸਟ ਇੰਟਰ ਕਾਲਜ ਵਿੱਚ ਬਹੁਤ ਵਧੀਆ ਭਲਵਾਨ ਸੀਗੇ, ਸਾਰੇ ਆਏ, ਅਤੇ ਜਿੱਥੇ ਮੇਰੀ 3rd ਪੋਜੀਸ਼ਨ ਆਈ ਸੀਗੀ ਇੰਟਰ ਕਾਲਜ 'ਚੋਂ। ਅਤੇ ਮੇਰਾ ਕਾਲਜ ਦੇ ਵਿੱਚ ਮੇਰਾ SN ਕਾਲਜ ਸੀਗਾ ਇੱਥੇ, ਅਤੇ ਉੱਥੇ ਕਾਲਜ 'ਚ ਨਾ ਮਤਲਬ ਜੱਜ ਪਹਿਲਵਾਨ ਹੈ ਜਿਹੜਾ ਉੱਥੇ ਗੋਲਬਾਗ ਹੀ ਅਖਾੜੇ ਕਰਦੇ ਹੁੰਦੇ ਸੀ, ਉਹਦਾ ਵਧੀਆ ਮੈਡਲ ਆਉਂਦਾ ਹੁੰਦਾ ਸੀ। ਅਤੇ ਉਸ ਤੋਂ ਬਾਅਦ ਕੋਈ ਵੀ ਉਸ ਕਾਲਜ ਨੂੰ ਮੈਡਲ ਨਹੀਂ ਦੇ ਪਾਇਆ। ਅਤੇ ਮੈਂ ਜਦੋਂ 3rd ਪੋਜੀਸ਼ਨ ਆਈ ਅਤੇ ਮੇਰਾ ਕਾਲਜ ਵਾਲਿਆਂ ਨੇ ਵਧੀਆ ਮਤਲਬ ਮੈਨੂੰ ਮਤਲਬ ਉਹਨਾਂ ਨੇ ਮਾਣ ਤਾਣ ਕੀਤਾ, ਵਧੀਆ ਕਿਹਾ ਕਿ ਚਲੋ 3rd ਪੋਜੀਸ਼ਨ ਆਈ ਤੁਹਾਡੀ ਇੰਟਰ ਕਾਲਜ 'ਚੋਂ। ਅਤੇ ਜਦੋਂ ਮਤਲਬ ਇੱਦਾਂ ਕਾਲਜ ਨੇ ਮੈਨੂੰ ਆਏ, ਉਹਨਾਂ ਨੇ ਜਦੋਂ ਐਨੂਅਲ ਫੰਕਸ਼ਨ ਹੋਇਆ ਕੋਈ, ਉੱਥੇ ਮੈਨੂੰ ਬੁਲਾਇਆ ਵੀ ਇਹਦੀ 3rd ਪੋਜੀਸ਼ਨ ਆਈ ਹੈ ਮੁੰਡੇ ਦੀ ਸਾਡੇ ਕਾਲਜ ਦਾ। ਉੱਥੇ ਸਾਰੇ ਪੰਜਾਬ ਦੀਆਂ ਇੰਟਰਵਰਸਿਟੀਆਂ ਜੋ ਵੀ ਆ ਯੂਨੀਵਰਸਿਟੀਆਂ ਹੋਈਆਂ, ਉੱਥੇ ਸਾਡੇ ਮਤਲਬ ਵੀ ਕਾਲਜ ਦਾ 3rd ਪੋਜੀਸ਼ਨ ਆਈ। ਅਤੇ ਮੈਂ ਆਪਣੇ ਮਨ 'ਚ ਸੋਚਿਆ ਕਿ ਯਾਰ ਜੇ ਮੇਰੀ 3rd ਪੋਜੀਸ਼ਨ 'ਤੇ ਯਾਰ ਇਹ ਇੰਨੀ ਹਵਾ ਕਰ ਰਹੇ ਆ ਜਾਂ ਮੈਨੂੰ ਮਤਲਬ ਵਿਚਾਰੇ ਇੰਨਾ ਕੁਝ ਮੰਨ ਰਹੇ ਆ, ਅਤੇ ਮੇਰਾ ਫਰਜ਼ ਬਣਦਾ ਯਾਰ ਇਹਨਾਂ ਨੂੰ ਮੈਂ ਗੋਲਡ ਕਿਉਂ ਨਾ ਲੈ ਕੇ ਦੇਵਾਂ, ਇਹਨਾਂ ਦੇ ਮੈਂ ਕਾਲਜ ਵੱਲੋਂ ਇੰਟਰਵਰਸਿਟੀ 'ਚੋਂ ਮੈਡਲ ਕਿਉਂ ਨਾ ਲੈ ਕੇ ਆਵਾਂ। ਅਤੇ ਮੈਂ ਮਤਲਬ ਉਹ ਗੱਲ ਮਨ 'ਚ ਧਾਰ ਲਈ ਕਿ ਯਾਰ ਇਹ 3rd ਪੋਜੀਸ਼ਨ ਕੁਛ ਨਹੀਂ ਆ, ਪਰ ਇਹਨਾਂ ਲਈ ਬੜਾ ਕੁਛ ਆ, ਮੇਰੇ ਲਈ ਕੁਛ ਨਹੀਂ ਆ ਕਿ ਮੈਂ 3rd ਕਿਉਂ ਆਇਆ। ਮੈਂ ਭਾਜੀ ਫਿਰ 1 ਸਾਲ ਬਾਅਦ ਦੁਬਾਰਾ 1 ਸਾਲ ਬਾਅਦ ਤੁਹਾਨੂੰ ਪਤਾ ਉਹ ਇੰਟਰ ਕਾਲਜ ਵਗੈਰਾ ਹੁੰਦੀ, ਮੈਂ 1 ਸਾਲ ਬਾਅਦ ਮੈਂ ਉੱਥੋਂ ਗੋਲਡ ਮਾਰਿਆ।
ਤੇ ਇੰਟਰਵਰਸਿਟੀ ਖੇਡਣ ਗਿਆ, ਫਿਰ ਅਗਲੇ ਸਾਲ 골ਡ ਮਾਰਿਆ, ਇੰਟਰਵਰਸਿਟੀ ਖੇਡਣ ਗਿਆ। ਮੈਂ 5 ਸਾਲ ਬਾਅਦ ਚ ਲਗਾਤਾਰ ਉਹਨਾਂ ਤੇ ਪਹਿਲਵਾਨ ਜੀ ਆਪਣਾ ਹਿੰਦੁਸਤਾਨ ਵਿੱਚ ਬਹੁਤ ਵੱਡੇ ਟਾਈਟਲ ਹੁੰਦੇ ਨੇ, ਜਿਵੇਂ ਭਾਰਤ ਕੇਸਰੀ ਹੋ ਗਿਆ, ਭਾਰਤ ਮਲ ਸਮਰਾਟ ਜਾਂ ਰੁਸਤਮੇ ਹਿੰਦ, ਜਾਂ ਫਿਰ ਆਪਣੇ ਪੰਜਾਬ ਦਾ ਇੱਕ ਬਹੁਤ ਹੀ ਵੱਡਾ ਟਾਈਟਲ ਹੈ ਪੰਜਾਬ ਕੇਸਰੀ। ਜੇ ਮਤਲਬ ਉਹਨਾਂ ਟਾਈਟਲਾਂ ਤੇ ਕਦੇ ਪਾਰਟਿਸਿਪੇਟ ਕੀਤਾ ਹੈ ਤੇ ਉਹਦੇ ਬਾਰੇ ਚ ਮਤਲਬ ਦੱਸੋ। ਹਾਂਜੀ, ਆਪਣੇ ਪੰਜਾਬ ਦਾ ਜਿਹੜਾ ਵਧੀਆ ਟਾਈਟਲ ਮੰਨਿਆ ਜਾਂਦਾ ਵਾ ਉਹ ਪੰਜਾਬ ਕੇਸਰੀ ਨੂੰ ਸਭ ਤੋਂ ਵਧੀਆ ਟਾਈਟਲ ਮੰਨਿਆ ਜਾਂਦਾ। ਤੇ ਮੇਰਾ ਸੁਪਨਾ ਹੈਗਾ ਕਿ ਮੈਂ ਇੱਕ ਦਿਨ ਪੰਜਾਬ ਕੇਸਰੀ ਬਣਾ, ਤੇ ਪਰਮਾਤਮਾ ਨੇ ਉਹ ਸੁਪਨਾ ਮੇਰਾ ਇੱਕ ਦਿਨ ਪੂਰਾ ਕੀਤਾ। ਆਪਣਾ ਰੁੜਕੇ ਕਲਾਂ ਦੀ ਧਰਤੀ ਤੇ ਜਲੰਧਰ ਵਿਖੇ ਉਹ NRI ਨੇ, ਉਹਨਾਂ ਨੇ ਬਹੁਤ ਵਧੀਆ ਟਾਈਟਲ ਕਰਾਇਆ ਹੈਗਾ ਉਦੋਂ ਪੰਜਾਬ ਕੇਸਰੀ। ਤੇ ਉਹਨਾਂ ਨੇ 2.5-3 ਕੁ ਤੋਲੇ ਦਾ ਹੈਗਾ ਕੜਾ ਸੀਗਾ ਉਦੋਂ, ਤੇ ਨਾਲ ਕੈਸ਼ ਪ੍ਰਾਈਜ਼, ਘਿਓ, ਕਾਫੀ ਕੁਝ ਉਹਨਾਂ ਨੇ ਰੱਖਿਆ ਹੈਗਾ ਗੁਰਜ। ਮੈਨੂੰ ਚਲੋ ਉਹ ਚੀਜ਼ਾਂ ਨਾਲ ਤੇ ਨਹੀਂ ਮੈਂ ਇੰਨਾ, ਜਦੋਂ ਮਤਲਬ ਮੈਨੂੰ ਬਸ ਪੰਜਾਬ ਕੇਸਰੀ ਦਾ ਟਾਈਟਲ ਦਿਖਦਾ ਹੈਗਾ, ਜਿਹਦੇ 'ਚ ਆਪਣੇ ਪੰਜਾਬ ਕੇਸਰੀ ਦਾ ਮਤਲਬ ਆ ਕਿ ਸਿਰਫ ਪੰਜਾਬ ਦੇ ਭਲਵਾਨ ਆ ਜਿਹੜੇ ਉਹ ਲੜ ਸਕਦੇ ਆ। ਉੱਥੇ ਪੰਜਾਬ ਦੇ ਸਾਰੇ, ਮੈਂ ਜਿੰਨੇ ਵੀ ਗਏ ਟੌਪ ਦੇ ਭਲਵਾਨ ਸਾਰੇ ਹੀ ਉੱਥੇ ਪਹੁੰਚੇ ਸੀਗੇ। ਤੇ ਮੈਨੂੰ ਬਸ ਇਹ ਸੀਗਾ ਕਿ ਮੈਂ ਆਪਣਾ ਇੱਥੇ ਬੈਸਟ ਦਿਖਾਉਣਾ, ਮੈਂ ਆਪਣਾ 100% ਦੇਣਾ ਆ ਕਿ ਉਹ ਬਾਕੀ ਪਰਮਾਤਮਾ ਜਾਣੇ, ਮੈਂ ਆਪਣਾ ਜ਼ੋਰ ਲਾਉਣਾ ਸਾਰਾ। ਤੇ ਪਰਮਾਤਮਾ ਦੀ ਮਿਹਰ ਨਾਲ ਮੈਂ 1 ਕੁਸ਼ਤੀ ਜਿੱਤ, 2 ਜਿੱਤ, 3 ਜਿੱਤ, ਮੈਂ ਉੱਥੇ 5ਵੀਂ ਕੁਸ਼ਤੀ ਜਾ ਕੇ ਫਾਈਨਲ 'ਚ ਪਹੁੰਚਿਆ। ਤੇ ਮੈਂ 5ਵੀਂ ਕੁਸ਼ਤੀ ਉੱਥੇ ਮਤਲਬ ਪ੍ਰਭਪਾਲ ਜੀਤ ਕਪੂਰ ਨੂੰ ਹਰਾਇਆ, ਤੇ ਮੈਂ ਪੰਜਾਬ ਕੇਸਰੀ ਦਾ ਟਾਈਟਲ ਜਿੱਤਿਆ ਹੈਗਾ ਉੱਥੋਂ। ਤੇ ਪਹਿਲਵਾਨ ਜੀ 2016 ਜਾਂ 17 ਦੇ ਵਿੱਚ ਅਨੰਦਪੁਰ ਸਾਹਿਬ ਵਿੱਚ ਬਹੁਤ ਵੱਡਾ ਇੱਕ ਦੰਗਲ ਹੁੰਦਾ ਰੁਸਤਮੇ ਜਮਾ, ਜਿਹਦੇ ਵਿੱਚ ਮੇਰੇ ਖਿਆਲ ਯੂਕਰੇਨ ਫੋਰਨ ਦੇ ਪਹਿਲਵਾਨ ਸੀਗੇ, ਪਾਕਿਸਤਾਨ ਦੇ ਸੀਗੇ, ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ। ਤੇ ਉਸ ਟਾਈਮ ਕਾਫੀ ਲੰਬੇ ਅਰਸੇ ਤੋਂ ਬਾਅਦ ਅੰਮ੍ਰਿਤਸਰ ਗੋਲਬਾਗ ਸਟੇਡੀਅਮ ਦਾ ਨਾਂ ਉਸ ਮੈਦਾਨ ਵਿੱਚ ਚੱਲਿਆ ਸੀ। ਤੇ ਉਹ ਮਤਲਬ ਮੇਰੇ ਖਿਆਲ ਉਸ ਟਾਈਟਲ 'ਚ ਤੁਸੀਂ ਪਾਰਟਿਸਿਪੇਟ ਕੀਤਾ ਸੀਗਾ, ਤੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਕਿਹਦੇ ਨਾਲ ਕੁਸ਼ਤੀਆਂ ਹੋਈਆਂ ਸੀ। ਹਾਂਜੀ ਬਿਲਕੁਲ ਜੀ, ਬਿਲਕੁਲ। ਮੈਂ ਆਪਣਾ 2016 ਦੇ ਵਿੱਚ ਜਿਹੜਾ ਹੋਲੇ ਮਹੱਲੇ 'ਤੇ ਨਾ ਆਪਣਾ ਜਿਹੜਾ ਹੁਣ ਜਿਹੜਾ ਹੋਣ ਲੱਗ ਪਿਆ ਨਾ, ਹੁਣ ਫਿਰ ਪੰਜਾਬ ਕੇਸਰੀ ਉਹ ਕਰਤਾ ਉਹਨੂੰ, ਹੁਣ ਪੰਜਾਬ ਕੇਸਰੀ ਦਾ ਨਾਮ ਦੇ ਦਿੱਤਾ। ਪਰ ਪਹਿਲਾਂ 2016-17 'ਚ ਇਹਨੂੰ ਰੁਸਤਮੇ ਹਿੰਦ ਵੀ ਨਹੀਂ ਆਪਾਂ ਕਹਿ ਸਕਦੇ, ਜਿਹੜਾ ਰੁਸਤਮੇ ਹਿੰਦ ਤੋਂ ਵੀ ਉੱਪਰਲਾ ਟਾਈਟਲ ਹੁੰਦਾ। ਰੁਸਤਮੇ ਹਿੰਦ ਦਾ ਮਤਲਬ ਆਪਾਂ ਇਹ ਕਹਿ ਸਕਦੇ ਜਿੱਦਾਂ ਪੰਜਾਬ ਕੇਸਰੀ ਦੇ ਸਿਰਫ ਪੰਜਾਬ ਦੇ ਆ ਗਏ, ਹਿੰਦ 'ਚ ਹਿੰਦੁਸਤਾਨ ਦੇ ਆ ਗਏ, ਉਹ ਰੁਸਤਮੇ ਜਮਾਂ ਦਾ ਟਾਈਟਲ ਰੱਖਤਾ ਹੈਗਾ ਉਹਨਾਂ ਨੇ। ਤੇ ਸਾਨੂੰ ਲੱਗਾ ਕਿ ਯਾਰ ਰੁਸਤਮੇ ਜਮਾਂ ਰੱਖਤਾ, ਇਹ 'ਚ ਤੇ ਬਹੁਤ ਵੱਡੇ ਕਾਫੀ ਹੱਦ ਤੱਕ ਵਧੀਆ ਪਹਿਲਵਾਨ ਆਏ। ਤੇ ਅਸੀਂ ਫਿਰ ਉਹੀ ਮਨ 'ਚ ਆ ਗਈ ਕਿ 100% ਦੇਣਾ, ਜਿੱਦਾਂ ਮਰਜ਼ੀ ਦੇਣਾ। ਤੇ ਉਹਦੇ ਵਿੱਚ ਆਪਣਾ PAP ਦੇ ਹੀ ਪਹਿਲਵਾਨ ਤੇ ਪਾਕਿਸਤਾਨ ਤੋਂ ਪਹਿਲਵਾਨ ਆਏ। ਇੱਕ ਮੁੰਡਾ ਸੀਗਾ ਉਹ ਪਾਕਿਸਤਾਨ ਦਾ ਆ, ਉਹਦਾ ਅਵਾਮ ਬ੍ਰਦਰਸ ਇੱਦਾਂ ਕੋਈ ਉਹਨਾਂ ਦੀ ID ਆ, ਉਹ ਕਾਮਨਵੈਲਥ ਤੱਕ ਖੇਡਿਆ ਆ। ਉਹ ਵੀ ਉੱਥੇ ਉਹਨੇ ਵੀ ਆ ਕੇ ਹਿੱਸਾ ਲਿਆ ਹੈਗਾ। ਉਹ ਮਸਲਾਂ ਜਿਹਾ ਵਾਲਾ ਸਰੀਰ ਆ, ਮੈਨੂੰ ਉਹਦਾ ਪ੍ਰੋਪਰ ਨਹੀਂ ਪਤਾ ਹੈਗਾ। ਤੇ ਉਹਨਾਂ ਨੇ ਵਿੱਚ ਹਿੱਸਾ ਲਿਆ ਹੈਗਾ। ਤੇ ਮੇਰੀ ਕੁਸ਼ਤੀ ਤੀਜੀ ਕੁਸ਼ਤੀ ਉਹਦੇ ਨਾਲ ਆਈ, ਤੇ ਮੈਂ ਉਹਨੂੰ ਜਿੱਤਿਆ। ਫਿਰ ਇੱਕ ਪਾਕਿਸਤਾਨੀ ਨਾਲ ਆਈ ਬਿਲਾਲ ਨਾਲ, ਉਹਨੂੰ ਜਿੱਤਿਆ। ਹਾਂਜੀ। ਤੇ ਫਿਰ ਇੱਕ ਆਪਣਾ ਪੰਜਾਬ ਦਾ ਸੁਪਰ ਸਟਾਰ ਭਲਵਾਨ ਆਪਾਂ ਕਹਿ ਸਕਦੇ, ਮੈਂ ਅੱਜ ਵੀ ਨਹੀਂ ਕਹਿੰਦਾ ਉਹ ਵੀ ਕਿ ਉਹਨੂੰ ਮੈਨੂੰ ਮੇਰੀ ਬੜੀ ਇਤਿਹਾਸਕ ਕੁਸ਼ਤੀ ਹੋਈ ਨਵਨੀਤ ਖੰਨਾ, ਉਹਦੇ ਨਾਲ ਮੇਰੀ ਕੁਸ਼ਤੀ ਸੈਮੀਫਾਈਨਲ ਕੁਸ਼ਤੀ ਹੋਈ ਆ। ਤੇ ਬਾਕੀ ਹੋਰ ਵੀ ਹੋਈਆਂ, ਚਲੋ ਮੈਂ ਦੱਸਦੀਆਂ ਜੋ ਵੀ ਆ। ਇੱਕ ਆਸਟ੍ਰੇਲੀਆ ਦਾ ਭਲਵਾਨ ਆਇਆ ਹੈਗਾ, ਉਹਦੇ 'ਚ ਵਧੀਆ ਹੈਗਾ, ਬੜਾ ਵਧੀਆ ਸਰੀਰ ਹੀ ਉਹਦਾ, ਜਿੱਦਾਂ ਆਪਣਾ ਪਹਿਲਵਾਨ ਆ ਰੂਬਲ ਖੰਨਾ ਪਹਿਲਵਾਨ ਜੀ ਨਹੀਂ, ਉਹਨਾਂ ਦੇ ਵਰਗਾ ਹੈਗਾ। ਤੇ ਉਹ ਵੀ ਬੜਾ ਵਧੀਆ, ਉਹਦੇ ਨਾਲ ਮੇਰੀ ਕਾਫੀ ਵਧੀਆ, ਮੈਂ ਕਾਫੀ ਜ਼ੋਰ ਲੱਗੇ। ਸੈਮੀਫਾਈਨਲ ਕੁਸ਼ਤੀ ਮੇਰੀ ਕਾਫੀ ਹੱਦ ਤੱਕ ਮੇਰੀ ਇੰਨੀ ਜ਼ਿਆਦਾ ਉਹ 'ਚ ਜ਼ੋਰ ਲੱਗ ਗਏ ਕਿ ਮੇਰੇ ਕੋਲ ਖੜਨ ਦੀ ਵਾਹ ਨਹੀਂ ਸੀਗੀ ਫਾਈਨਲ ਕੁਸ਼ਤੀ ਲੜਨ ਦੀ। ਤੇ ਫਾਈਨਲ 'ਚ ਆਇਆ ਹੈਗਾ ਯੂਕਰੇਨ ਦਾ ਭਲਵਾਨ ਸੀਗਾ, ਕਿ ਜਿਹੜਾ ਆਲਮੋਸਟ ਸਭ ਤੋਂ ਤਗੜਾ ਸੀਗਾ। ਉਹਨੇ ਦੂਜੇ ਪੂਲ 'ਚੋਂ ਕਿਸੇ ਭਲਵਾਨ ਨੂੰ ਕੋਈ ਪੁਆਇੰਟ ਨਹੀਂ ਦਿੱਤਾ, ਸਭ ਨੂੰ ਬਾਈ ਫਾਲ ਔਰ ਲੀਡ ਕੀਤੀ। ਮੈਂ ਕੁਸ਼ਤੀਆਂ ਲੜ ਕੇ ਸੈਮੀਫਾਈਨਲ ਕੁਸ਼ਤੀ ਵਿੱਚ ਮੇਰੇ ਨਵਨੀਤ ਭਲਵਾਨ ਹੋਣਾ ਨੇ ਇੰਨੇ ਜ਼ਿਆਦਾ ਜ਼ੋਰ ਲਵਾ ਤੇ ਕਿ ਮੇਰੇ ਕੋਲ ਖੁਦ ਖੜਨ ਦੀ ਵਾਹ ਨਹੀਂ। ਉਹਨਾਂ ਨੇ 10 ਮਿੰਟ ਦਾ ਟਾਈਮ ਦੇ ਦਿੱਤਾ ਮੈਨੂੰ, ਕਿਉਂਕਿ ਦੂਜੇ ਪਾਸੇ 'ਤੇ ਕਬੱਡੀ ਦਾ ਹੀ ਬੜਾ ਜ਼ੋਰ ਹੁੰਦਾ, ਕਹਿੰਦੇ ਕੁਸ਼ਤੀਆਂ ਫਾਈਨਲ ਕਰਾ ਲਓ, ਅਸੀਂ ਮੈਚ ਕਰਾਉਣਾ। ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਕਿ ਪਹਿਲਾਂ ਮੈਚ ਕਰਾ ਲਓ, ਮੈਨੂੰ ਸਾਹ ਮਿਲ ਜੂਗਾ, ਮੈਂ ਕੁਸ਼ਤੀ ਲੜ ਕੇ ਦਿਖਾ ਦੂੰਗਾ। ਪਰ ਉਹ ਕਹਿੰਦੇ ਕਿ ਨਹੀਂ, ਉਹ ਕੁਸ਼ਤੀਆਂ ਕਰਾ ਲਓ, ਫਿਰ ਅਸੀਂ ਮੈਚ ਕਰਾਉਣਾ। ਤੇ ਮੇਰੇ ਖਿਆਲ ਨਾਲ 10 ਮਿੰਟ ਦਾ ਮੈਨੂੰ ਤਾਂ ਜੇ ਪ੍ਰੋਪਰ ਸਾਹ ਨਹੀਂ ਆਇਆ, ਮਾੜਾ ਮੋਟਾ ਝਾੜਿਆ। ਬੰਟੀ ਭਾਜੀ ਮੇਰੇ ਜਿਹੜੇ ਉਸਤਾਦ ਜੀ ਆ, ਉਹਨਾਂ ਨੇ ਮੈਨੂੰ ਗਾਈਡ ਕੀਤਾ, ਫਾਦਰ ਸਾਹਿਬ ਵੀ ਨਾਲ ਗਏ ਸੀ ਸਾਰੇ। ਇਹਨਾਂ ਨੇ ਮੈਨੂੰ ਝਾੜਿਆ, ਕਹਿੰਦੇ ਬਸ ਤੂੰ ਜੋ ਹੈਗਾ ਤੂੰ ਆਪਣਾ ਦਿਖਾ ਦੇ, ਸਾਨੂੰ ਪਤਾ ਤੂੰ ਬਹੁਤ ਜ਼ਿਆਦਾ ਥੱਕ ਗਿਆ, ਉਹ ਤਕੜਾ ਵੀ ਹੈ, ਇਹ ਉਹ ਆਪਣਾ ਦਿਖਾ ਦੇ। ਤੇ ਉਦੋਂ ਕੋਚਰ ਸਾਹਿਬ ਜਿਹੜੇ ਅਨਾਊਂਸਰ ਨੇ, ਉਹਨਾਂ ਨੇ ਮੇਰੀਆਂ ਸਾਰੀਆਂ ਕੁਸ਼ਤੀਆਂ ਵੇਖੀਆਂ ਤੇ ਉਹਨਾਂ ਕਿਹਾ, ਅਮਰਤ ਜੇ ਧਾਰ ਦੀ ਪੁੱਤ ਗੱਲ ਨਹੀਂ ਹੁੰਦੀ, ਇੱਕ ਵਾਰ ਬੱਲੇ ਬੱਲੇ ਕਰਾ ਦੇ। ਤੇ ਜਿੰਨੇ ਵੀ ਯੂਕਰੇਨ ਦੇ ਭਲਵਾਨਾਂ ਕੁਸ਼ਤੀਆਂ ਲੜ ਕੇ ਗਏ ਸੀ ਨਾ, ਉਹ ਥੋੜ੍ਹੇ ਮਤਲਬ ਉਹ
ਥੱਕੇ ਵੀ ਨਹੀਂ ਗਏ, ਮੈਂ ਥੱਕੇ ਨਹੀਂ, ਉਹਨਾਂ ਸਾਰਿਆਂ ਤੋਂ ਵਧੀਆ ਕੁਸ਼ਤੀ ਲੜ ਕੇ ਦਿਖਾਈ। ਹਾਂ ਮੈਂ ਰਨਰ ਅਪ ਜ਼ਰੂਰ ਰਿਹਾ, ਮੈਨੂੰ ਉਹਨੇ ਜਿੱਤ ਲਿਆ, ਬਟ ਮੈਂ ਥੱਕੇ ਨੇ ਫਾਈਨਲ ਕੁਸ਼ਤੀ ਉਹਦੇ ਨਾਲ ਇੱਦਾਂ ਲੜ ਕੇ ਦਿਖਾਈ ਕਿ ਸਾਰੇ ਮਤਲਬ ਵੀ ਪੰਜਾਬ 'ਚ ਰੌਲਾ ਪੈ ਗਿਆ ਕਿ ਅੰਮ੍ਰਿਤਸਰ ਦਾ ਮੁੰਡਾ ਆ ਛੋਟੀ ਉਮਰ ਦਾ, ਉਹਦੇ ਮੇਰੀ 21 ਸਾਲ ਉਮਰ ਹੀ, 21 ਸਾਡੇ 22 ਸਾਲ, ਕਿ ਜਿੰਨੇ ਆਨੰਦਪੁਰ ਦੀ ਧਰਤੀ ਤੇ ਬਹੁਤ ਇਤਿਹਾਸਕ ਰਚਨ ਵਾਲੀਆਂ ਕੁਸ਼ਤੀਆਂ ਦਿਖਾਈਆਂ ਮੈਨੂੰ। ਧੀਰੇ ਭਲਵਾਨ ਹੋਣਾ ਨੇ, ਜਿਹੜੇ ਕਰਤਾਰ ਭਲਵਾਨ ਹੋਣਾ ਜਿਹਦੇ ਭਰਾ ਨੇ, ਉਹਨਾਂ ਨੇ ਬੰਟੀ ਭਾਈ ਨੂੰ ਸਪੈਸ਼ਲ ਕਰਕੇ ਕਹਿੰਦਾ ਇਸ ਸਾਲ ਦੀ ਤੇ ਇਹ ਜਿਹੜੀ ਹੈ ਨਾ 2016-17 ਦੀ ਬੈਸਟ ਪਰਫਾਰਮੈਂਸ ਆ ਮੁੰਡੇ ਨੂੰ ਮੈਂ ਦਿੰਦਾ। ਉਹਨਾਂ ਮੇਰੇ ਥਾਪੀ ਮਾਰ ਕੇ ਇਹ ਗੱਲ ਕਹੀ ਸੀਗੀ ਤੇ ਮੈਂ ਉਹਨਾਂ ਦੇ ਗੋਡੀਆਂ ਲਾ ਕੇ ਮੈਂ ਆਪਣਾ ਥੈਂਕ ਯੂ ਕੀਤਾ ਸੀ। ਇਹ ਸੀਗਾ ਜੀ ਆਪਣਾ ਹੋਲੇ ਮਹੱਲੇ ਦਾ ਜਿਹੜਾ ਜੋ ਵੀ ਇਤਿਹਾਸ। ਤੇ ਪਹਿਲਵਾਨ ਜੀ ਆਪਣਾ ਮੈਟ ਦਾ ਤੇ ਮਿੱਟੀ ਦੀ ਭਵਾਨੀ ਦਾ ਕਿੰਨਾ ਕੁ ਫਰਕ ਲੱਗਦਾ ਮਤਲਬ? ਹਾਂਜੀ, ਜੇ ਆਪਾਂ ਗੱਲ ਕਰੀਏ ਕਿ ਮੈਟ ਤੇ ਮਿੱਟੀ ਦੀ ਭਵਾਨੀ 'ਚ ਫਰਕ ਨਹੀਂ ਆ ਤੇ ਇਹ ਵੀ ਆਪਾਂ ਇਹਨੂੰ ਵੀ ਗਲਤ ਕਹਿ ਸਕਦੇ ਹਾਂ, ਬਟ ਜੇ ਇਹਨੂੰ ਆਪਾਂ ਜ਼ਿਆਦਾ ਫਰਕ ਲੈ ਕੇ ਮੰਨੀਏ ਤਾਂ ਆਪਾਂ ਤਾਂ ਵੀ ਗਲਤ ਹਾਂ, ਕਿਉਂਕਿ ਫਿਰ ਆਪਾਂ ਕਹਾਂਗੇ ਅਸੀਂ ਤਾਂ ਮਿੱਟੀ ਦੇ ਭਲਵਾਨ ਜੀ, ਅਸੀਂ ਮੈਟ 'ਤੇ ਕੀ ਕਰਨਾ, ਅਸੀਂ ਤਾਂ ਮੈਟ ਦੇ ਭਲਵਾਨ, ਅਸੀਂ ਮਿੱਟੀ 'ਤੇ ਨਹੀਂ ਲੜ ਸਕਦੇ। ਜੋ ਬੰਦਾ ਅਟੈਕਰ ਆ ਨਾ, ਮਤਲਬ ਜਿਹੜਾ ਬੰਦਾ ਮੈਟ 'ਤੇ ਬੇਸ ਬਣਾਉਂਦਾ ਨਾ, ਉਹ ਅਟੈਕਰ ਬਣ ਜਾਂਦਾ, ਵਧੀਆ ਅਟੈਕ ਕਰਦਾ, ਵੱਡੇ ਵੇਟ ਦਾ ਛੋਟੇ, ਕਿਉਂਕਿ ਉਹਨੂੰ ਟੈਕਨਿਕਸ ਅਪਲਾਈ ਕਰਨ ਨੂੰ ਵਾਰ-ਵਾਰ ਕਿਹਾ ਜਾਂਦਾ, ਉਹਦਾ ਥੋੜ੍ਹਾ ਉਹਨੂੰ ਉਹਦੇ ਵਾਸਤੇ ਰਸਤੇ ਖੁੱਲ੍ਹ ਜਾਂਦੇ ਆ। ਇਹ ਨਹੀਂ ਹੁੰਦਾ ਕਿ ਦੂਜੇ ਵਾਸਤੇ ਬੰਦ ਹੁੰਦੇ ਆ, ਉਹਨੂੰ ਐਂ ਲੱਗਦਾ ਮੇਰੇ ਵਾਸਤੇ ਰਸਤੇ ਖੁੱਲ੍ਹੇ ਪਏ ਨੇ। ਉਹ ਵਧੀਆ ਟੈਕਨੀਕ ਅਪਲਾਈ ਕਰਦਾ ਆਖਿਰਕਾਰ ਨੂੰ 2-3 ਸਾਲ ਲਾ ਕੇ ਬਾਅਦ 'ਚ ਮਿੱਟੀ 'ਤੇ ਮੈਟ 'ਤੇ ਛਿੰਝਾਂ 'ਚ ਜਿੱਥੇ ਮਰਜ਼ੀ ਜਾ ਕੇ ਆਪਣੇ ਜ਼ੋਰ ਅਜ਼ਮਾਇਸ਼ ਕਰੇ, ਉਹ ਵਧੀਆ ਆਪਣਾ ਅਟੈਕ ਕਰਕੇ ਬੰਦੇ ਨੂੰ ਫੜ ਸਕਦਾ, ਕੋਈ ਵੀ ਉਹਨੂੰ ਪੁੱਠੀ ਇਹ ਉਹ ਕੰਮ ਕਰਕੇ ਅਗਲੇ ਨੂੰ ਢਾਹ ਸਕਦਾ। ਮਿੱਟੀ 'ਤੇ ਇਹ ਆ ਕਿ ਆਪਾਂ ਉੱਥੇ ਮਿੱਟੀ 'ਤੇ ਜ਼ਿਆਦਾ ਉਸਤਾਦ ਜਿਹੜੇ ਥੋੜ੍ਹੇ ਪੁਰਾਣੇ ਹੁੰਦੇ ਆ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ, ਬਹੁਤ ਵਧੀਆ ਮਿਹਨਤ ਕਰਾਉਂਦੇ ਆ, ਵਧੀਆ ਕਰਦੇ ਸਾਰਾ ਕੁਝ, ਬਟ ਉਹ ਥੋੜ੍ਹਾ ਮਤਲਬ ਉਹਨਾਂ ਨੂੰ ਜਿੱਦਾਂ ਕਾਰੀ ਚੁੱਕ ਵੀ ਲਈ ਆ, ਉਹਨਾਂ ਨੂੰ ਥੋੜ੍ਹਾ ਸੁੱਟਣ ਦਾ ਨਹੀਂ ਆਉਂਦਾ ਕਿ ਕਿੱਦਾਂ ਸੁੱਟਣਾ ਵਾ। ਮੈਟ 'ਤੇ ਹੁੰਦਾ ਕਿ ਥੋੜ੍ਹੇ ਪੜ੍ਹੇ ਲਿਖੇ ਕੋਈ ਨੇ, ਨਿਊ ਚੀਜ਼ਾਂ ਮਤਲਬ ਵੀ ਉਹਨਾਂ ਨੂੰ ਆਉਂਦੀਆਂ ਰਹਿੰਦੀਆਂ ਵਾ, ਮਤਲਬ ਅਪਡੇਟਸ ਹੁੰਦਾ ਰਹਿੰਦਾ ਟੈਕਨੀਕਾਂ 'ਚ। ਕੈਰੀ ਚੁੱਕੀ ਆ ਕਿੱਦਾਂ ਸੁੱਟਣਾ ਵਾ, ਅਤੇ ਕੈਰੀ ਨਹੀਂ ਸੁੱਟਿਆ ਗਿਆ, ਡਬਲ ਪੱਟ ਕਿੱਦਾਂ ਕੱਢਣੇ ਆ, ਇੱਦਾਂ ਕਰਕੇ। ਅਤੇ ਉਹ ਜਿੱਦਾਂ ਆਪਾਂ ਮਿੱਟੀ 'ਤੇ ਸ਼ੁਰੂ ਕਹਿ ਸਕਦੇ ਹਾਂ ਨਾ, ਅਤੇ ਮਿੱਟੀ ਦਾ ਸ਼ੁਰੂ ਮਿੱਟੀ ਜੋਗਾ ਹੀ ਰਹਿਣਾ, ਉਹ ਕਦੀ ਮੈਟ 'ਤੇ ਭੁੱਲ ਜੇ ਵੀ ਉਹ ਲੜ ਸਕਦਾ। ਬਹੁਤ 100 ਚੋਂ 99% ਭਲਵਾਨ ਜਿਹੜੀ ਮਿੱਟੀ 'ਤੇ ਸ਼ੁਰੂਆਤ ਹੋਈ ਉਹ ਮੈਟ 'ਤੇ ਬਿਲਕੁਲ ਨਹੀਂ ਲੜ ਪਾਉਂਦੇ, ਬਟ ਹਾਂ 100 ਚੋਂ ਜਿਹੜੇ 90% ਭਲਵਾਨ ਜਿਹੜੇ ਮੈਟ 'ਤੇ ਸਹੀ ਹੋਏ ਉਹ ਮਿੱਟੀ 'ਚ ਵੀ ਉਹਨਾਂ ਨੇ ਪੂਰੀਆਂ ਮੱਲਾਂ ਮਾਰੀਆਂ। ਮੈਂ ਕਹਿ ਸਕਦਾ ਮਿੱਟੀ ਅਤੇ ਮੈਟ 'ਚ ਫਰਕ ਵੀ ਆ, ਬਟ ਜੇ ਆਪਾਂ ਪੂਰਾ ਇਹਨੂੰ ਫਰਕ ਨੂੰ ਮਿਟਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਫਰਕ ਕੋਈ ਨਹੀਂ ਰਹਿ ਜਾਂਦਾ। ਮੈਂ ਕਹਿ ਸਕਦਾ ਕਿ ਵੱਡੇ ਸਾਡੇ ਕੋਚ ਸਾਹਿਬ ਕਹਿੰਦੇ ਆ, ਜਿਹੜੇ ਵਧੀਆ ਸੀਨੀਅਰ ਭਲਵਾਨ, ਉਹ ਕਹਿੰਦੇ ਆ ਕਿ ਮੈਟ 'ਤੇ ਸ਼ੁਰੂ ਕਰ ਲਓ ਅਤੇ 2-3 ਸਾਲ ਲਾ ਕੇ ਵਿੱਚ ਵਿਚਾਲੇ ਮਿੱਟੀ 'ਤੇ ਵੀ ਜ਼ੋਰ ਮਾਰੋ, ਲੰਗੋਟੀ ਰੁਮਾਲੀ ਲੰਗੋਟਾ ਪਾਓ, ਜ਼ੋਰ ਕਰੋ, ਬਟ ਸ਼ੁਰੂਆਤ ਜਿਹੜੀ ਆ ਉਹ ਮੈਟ ਤੋਂ ਕਰ ਲਓ, ਤੁਹਾਡਾ ਬੇਸ ਵਧੀਆ ਵੱਜ ਜੇ। ਤੇ ਪਹਿਲਵਾਨ ਜੀ ਜਿਹੜਾ ਆਪਣਾ ਪ੍ਰੈਕਟਿਸ ਦਾ ਟਾਈਮ ਹੈ ਮਤਲਬ ਉਹ ਕਿਸ ਤਰ੍ਹਾਂ ਹੁੰਦਾ, ਸਵੇਰ ਦਾ ਤੇ ਸ਼ਾਮ ਦਾ, ਮਤਲਬ ਐਕਸਰਸਾਈਜ਼ ਕਿਸ ਤਰ੍ਹਾਂ ਚੱਲਦੀ ਹੈ ਆਪਣੀ? ਹਾਂਜੀ, ਐਕਸਰਸਾਈਜ਼ ਦਾ ਟਾਈਮ ਤੇ ਜ਼ਿਆਦਾਤਰ ਸਭ ਅਖਾੜਿਆਂ ਵਾਲਿਆਂ ਨੇ ਸੁਬਾਹ 4:30-5 ਵਜੇ ਦਾ 5 ਵਜੇ ਦਾ ਸਾਰੇ ਕਲਾਸਿਸ ਵਗੈਰਾ ਲੈਂਦੇ ਆ, ਅਤੇ ਘੱਟ ਤੋਂ ਘੱਟ 1.5 ਘੰਟੇ ਦੀ ਕਲਾਸ ਹੁੰਦੀ ਆ। ਉਸ ਤੋਂ ਬਾਅਦ ਚਲੋ ਬੰਟੀ ਭਾਜੀ ਕੋਚ ਸਾਹਿਬ ਸਾਰੇ ਕਹਿ ਦਿੰਦੇ ਆ ਕਿ ਤੂੰ ਥੋੜ੍ਹੀ ਐਕਸਟਰਾ ਕਰਕੇ ਜਾਣਾ। ਮੈਨੂੰ ਉਹਨਾਂ ਨੇ ਵੱਖਰੇ ਜਾਂ ਬਾਹਾਂ ਰਖਾ ਲੈਣੀਆਂ, ਮੇਰੀਆਂ ਡੰਡ ਲਵਾ ਦੇਣੇ, ਜਾਂ ਉਹ ਰੱਸਾ ਖਿੱਚਣ 'ਤੇ ਲਾ ਦੇਣਾ, ਜਾਂ ਮੇਰੀ ਦੂਜੇ ਮੁੰਡੇ ਕੋਲ ਖਿਚਾਈ ਕਰਾਉਣ ਲੱਗ ਪੈਣੀ। ਅਤੇ ਘੱਟ ਤੋਂ ਘੱਟ ਮੇਰਾ ਮਤਲਬ ਵੀ ਇੱਕ ਵਧੀਆ ਭਲਵਾਨ ਬਣਨ ਲਈ ਕਿ ਜੇ ਬੰਦਾ 1.5 ਘੰਟਾ ਪ੍ਰੈਕਟਿਸ ਕਰ ਰਿਹਾ ਨਾ, ਜੇ ਮਤਲਬ ਵੀ ਅਪ ਕਰਨਾ, ਆਪਣੇ ਆਪ ਨੂੰ ਗਰੋਥ ਕਰਨਾ, ਕਿ ਤੁਹਾਨੂੰ ਅੱਧਾ ਪੌਣਾ ਘੰਟਾ ਇੱਕ ਹੋਰ ਆਪਣੇ ਲਈ ਐਕਸਟਰਾ ਕੱਢਣਾ ਪਊਗਾ। ਅਤੇ ਸ਼ਾਮੀ ਵੀ ਜੇ ਗਰਮੀਆਂ ਆ ਅਤੇ 6 ਵਜੇ ਦਾ 5:30-6 ਵਜੇ ਦਾ ਟਾਈਮ ਆ, ਅਤੇ ਜੇ ਸਿਆਲ ਆ ਫਿਰ 3 ਵਜੇ ਦੁਪਹਿਰੇ ਜ਼ੋਰ ਹੁੰਦੇ, ਕਿਉਂਕਿ ਬਾਅਦ 'ਚ ਠੰਡ ਹੋ ਜਾਂਦੀ ਆ। ਫਿਰ ਮੈਟ 'ਤੇ ਆ ਅਤੇ ਮਤਲਬ ਗਰਮੀ ਧੁੱਪ ਦੇ ਵਿੱਚ ਜ਼ੋਰ ਵਧੀਆ ਹੋ ਜਾਂਦੇ ਆ। ਅਤੇ ਜੇ ਮਿੱਟੀ 'ਤੇ ਵੀ ਕਰਨੇ ਆ ਅਤੇ 2:30-3 ਵਜੇ ਖਾੜਾ ਕੱਢਣਾ ਪੈਂਦਾ, ਕਿਉਂਕਿ ਧੁੱਪ ਵਿੱਚ ਜ਼ੋਰ ਵਧੀਆ ਹੋ ਜਾਂਦੇ ਆ। ਬਾਅਦ 'ਚ ਨਹਾਉਣ 'ਚ ਵੀ ਕਾਫੀ ਹੱਦ ਤੱਕ ਬੰਦੇ ਨੂੰ ਪ੍ਰੋਬਲਮ ਆਉਂਦੀ, ਜਦੋਂ ਬੰਦਾ ਨਹਾ ਕੇ ਜਿਹੜਾ ਵਿਚਾਰਾ ਸਕੂਟਰ ਮੋਟਰਸਾਈਕਲ 'ਤੇ ਆਉਂਦਾ, ਉਹਨੂੰ ਫਿਰ ਠੰਡ ਦਾ ਥੋੜ੍ਹਾ ਸਾਹਮਣਾ ਕਈ ਵਾਰੀ ਬਿਮਾਰ ਪੈ ਜਾਂਦਾ। ਕਿ ਮੈਂ ਮੁੱਖ ਦੀ ਗੱਲ ਇਹ ਆ ਕਿ ਪ੍ਰੈਕਟਿਸ ਦਾ ਜਿਹੜਾ ਟਾਈਮ ਆ ਉਹ ਵਧੀਆ ਭਲਵਾਨ ਬਣਨ ਲਈ 2 ਤੋਂ 2.5 ਘੰਟੇ ਵਧੀਆ ਭੰਨਣੇ ਪੈਣਗੇ, ਸਵੇਰੇ 2 ਇੱਦਾਂ ਸ਼ਾਮੀ। ਅਤੇ ਗਰਮੀਆਂ 'ਚ ਥੋੜ੍ਹਾ ਜਿਹਾ ਘਟਾ ਲਓ, ਕਿਉਂਕਿ ਫਿਰ ਪਸੀਨਾ ਬਹੁਤ ਜ਼ਿਆਦਾ ਨਿਕਲ ਜਾਂਦਾ ਭਲਵਾਨ ਦਾ। ਸਿਆਲ 'ਚ ਉਨੀ ਵਧਾ ਲੈਂਦਾ ਬੰਦਾ ਮਿਹਨਤ। ਅਤੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਗਰਮੀ ਦਾ ਅਤੇ ਸਿਆਲ ਦਾ ਟਾਈਮ ਪੀਰੀਅਡ ਥੋੜ੍ਹਾ ਚੇਂਜ ਆ। ਸਿਆਲ 'ਚ ਵੀ ਮਤਲਬ ਸੁਬਾਹ ਦਾ ਤੁਸੀਂ 1 ਹੀ ਲਾ ਲਓ ਅਤੇ ਸ਼ਾਮਾਂ ਦਾ ਥੋੜ੍ਹਾ ਵੱਖਰਾ ਕਰਨਾ ਪੈਂਦਾ, ਕਿਉਂਕਿ ਸਿਆਲ 'ਚ ਅਤੇ 6 ਵਜੇ ਬਹੁਤ ਜ਼ਿਆਦਾ ਹਨੇਰਾ ਹੋ ਜਾਊਗਾ, 5:30 ਵਜੇ, ਅਤੇ ਫਿਰ ਥੋੜ੍ਹੀ ਤੜਕੇ ਪ੍ਰੈਕਟਿਸ ਮਤਲਬ ਵੀ ਕਹਿ ਸਕਦੇ ਹਾਂ ਆਪਾਂ ਤੜਕੇ ਨਹੀਂ, ਮਤਲਬ ਦੁਪਹਿਰ ਵੇਲੇ ਪ੍ਰੈਕਟਿਸ ਕਰਨੀ ਪੈਂਦੀ ਸਿਆਲ 'ਚ। ਤੇ ਪਹਿਲਵਾਨ ਜੀ ਆਪਣਾ ਡਾਈਟ ਦੇ ਬਾਰੇ ਦੱਸੋ, ਮਤਲਬ ਡਾਈਟ ਕਿਸ ਤਰ੍ਹਾਂ ਦੀ ਹੈ, ਮਤਲਬ ਨੌਨ ਵੈਜੀਟੇਰੀਅਨ ਹੈਗੇ ਜਾਂ ਵੈਜੀਟੇਰੀਅਨ? ਨਹੀਂ, ਮੈਂ ਨੌਨ ਵੈਜੀਟੇਰੀਅਨ ਆ। ਮੈਂ ਸ਼ੁਰੂ ਤੋਂ ਹੀ ਸਾਡਾ ਮਤਲਬ ਮੈਨੂੰ ਕੋਈ ਖਾਣ ਪੀਣ ਵੱਲੋਂ
ਮਤਲਬ ਰੋਕ ਟੋਕ ਨਹੀਂ ਕੀਤੀ ਗਈ ਮੇਰੇ ਵਾਸਤੇ। ਘਰ ਦੇ ਭਾਵੇਂ ਆਪ ਖਾਣ ਨਾ ਖਾਣ, ਨਹੀਂ ਮੇਰੇ ਵਾਸਤੇ ਸਪੈਸ਼ਲ ਮਤਲਬ ਕਿ ਮੈਂ ਸਗੋਂ ਇਹਨਾਂ ਨੂੰ ਨਾ ਕਰਦਾ ਰਿਹਾ ਕਿ ਮੈਂ ਮੀਟ ਨਹੀਂ ਖਾਣਾ, ਮੈਂ ਇਹ ਵੋ, ਬਟ ਇਹਨਾਂ ਨੇ ਮੇਰੇ ਵਾਸਤੇ ਮੇਰੀ ਫਰਿੱਜ, ਮੇਰੇ ਘਰ 2 ਫਰਿੱਜਾਂ ਵਾ, ਇੱਕ ਵੈੱਜ ਆ ਇੱਕ ਨੌਨ ਵੈੱਜ ਆ। ਮੇਰੀ ਮਤਲਬ ਕਿ ਮੇਰਾ ਸਾਰਾ ਸਮਾਨ ਉਹ 'ਚ ਰੱਖਿਆ ਹੁੰਦਾ ਸੀਗਾ, ਇੱਕ 'ਚ ਫਰੂਟ ਫਰਾਟ ਸਬਜ਼ੀਆਂ ਕਿ ਮਤਲਬ ਵੀ ਨਾ ਕੋਈ ਆਵੇ, ਕਈ ਵਾਰੀ ਜਿਹੜਾ ਨਹੀਂ ਵੀ ਖਾਣ ਵਾਲਾ ਹੁੰਦਾ ਉਹਨੂੰ ਥੋੜ੍ਹਾ ਔਡ ਫੀਲ ਹੁੰਦਾ ਕਿ ਵਿੱਚੇ ਮੀਟ ਪਿਆ, ਵਿੱਚ ਸਬਜ਼ੀਆਂ ਪਈਆਂ, ਅਤੇ ਉਹਦੇ 'ਚ ਮੀਟ ਵਗੈਰਾ ਪਿਆ ਹੁੰਦਾ ਸਾਰਾ। ਅਤੇ ਡਾਈਟ 'ਚ ਤੁਸੀਂ ਇਹ ਲਾ ਲਓ ਕਿ ਦੁੱਧ 2 ਕਿਲੋ ਦੁੱਧ ਪੀਦਾ ਸੀ, ਅਤੇ ਮਤਲਬ ਬਦਾਮ ਦਾ ਵਧੀਆ, ਤੁਹਾਨੂੰ ਪਤਾ ਹੀ ਭਲਵਾਨ ਬਦਾਮ ਤੋਂ ਬਗੈਰ ਕੁਛ ਵੀ ਨਹੀਂ ਆ, ਅਤੇ ਬਦਾਮ ਪੀਣੇ 2 ਟਾਈਮ, ਅਤੇ ਸਵੇਰੇ ਮੁਰੱਬਾ ਵਗੈਰਾ ਖਾਈਦਾ ਵਾ। ਅਤੇ ਮਤਲਬ ਵੀ ਮੀਟ ਮਾਟ ਜਿਹੜਾ ਵਾ ਹਫ਼ਤੇ 'ਚ 2-3 ਦਿਨ ਮੀਟ। ਸਿਆਲਾਂ ਵਿੱਚ ਜਿਹੜਾ ਨਾ ਡਾਈਟ ਦਾ ਹਮੇਸ਼ਾ ਵੱਧ ਦਿੱਤਾ ਜਾਂਦਾ ਧਿਆਨ ਕਿ ਸੂਪ ਵਗੈਰਾ ਤੁਸੀਂ ਜਿੰਨਾ ਵੀ ਵੱਧ ਤੋਂ ਵੱਧ ਡਾਈਟ ਲੈ ਸਕਦੇ ਹੋ ਨਾ, ਉਹਦੇ ਕੋਈ ਡਰ ਨਹੀਂ ਹੁੰਦਾ। ਗਰਮੀਆਂ 'ਚ ਆਪਾਂ ਜ਼ਿਆਦਾ ਸੂਪ, ਜ਼ਿਆਦਾ ਹੱਦ ਤੱਕ ਮੀਟ ਲੈਂਦੇ ਹਾਂ, ਅਤੇ ਥੋੜ੍ਹਾ ਬੰਦੇ ਨੂੰ ਥੋੜ੍ਹਾ ਕਈਆਂ ਨੂੰ ਨਾ ਡਾਈਜੈਸਟ ਸਿਸਟਮ ਜਿਹੜਾ ਥੋੜ੍ਹਾ ਹੁੰਦਾ ਉੱਦਾਂ ਦਾ, ਉਹ ਗਰਮੀ ਪੈ ਜਾਂਦੀ ਆ ਜਾਂ ਕੁਛ ਵੀ ਥੋੜ੍ਹਾ ਪਿਸ਼ਾਬ ਪਸ਼ੂਬ ਥੋੜ੍ਹਾ ਇੱਦਾਂ ਦਾ ਲੱਗ ਕੇ ਕਹਿੰਦੇ ਕਈ ਆਉਣ ਲੱਗ ਪੈਂਦਾ, ਬਟ ਮੈਨੂੰ ਇੱਦਾਂ ਦੀ ਕਦੀ ਪ੍ਰੋਬਲਮ ਨਹੀਂ ਆਈ। ਜਿਹੜੇ ਵਧੀਆ ਜਿਹਨਾਂ ਨੂੰ ਪਤਾ ਹੁੰਦਾ ਨਾ ਡਾਈਟ ਦਾ ਕਿੱਦਾਂ ਪਹੁੰਚਾਉਣੀ ਆ, ਉਹ ਥੋੜ੍ਹਾ ਵਧੀਆ ਨਾਲ ਉਹਨਾਂ ਕੱਚੀ ਲੱਸੀ ਵਗੈਰਾ ਕੋਈ ਇੱਦਾਂ ਦੀ ਚੀਜ਼ ਕੁਛ ਹੋਰ ਵਗੈਰਾ ਨਾਲ ਲੈ ਲੈਂਦੇ, ਜਿਹਦੇ ਨਾਲ ਕੋਈ ਐਡੀ ਪ੍ਰੋਬਲਮ ਨਹੀਂ ਆਉਂਦੀ। ਬਾਕੀ ਜਦੋਂ ਤੁਸੀਂ ਮਿਹਨਤ ਕੀਤੀ ਹੋਊਗੀ ਤਾਂ ਤੁਹਾਡੀ ਡਾਈਟ ਆਟੋਮੈਟਿਕ ਉਹ ਪਚ ਜਾਂਦੀ, ਵਧੀਆ ਹੋ ਜਾਂਦੀ। ਹਾਂਜੀ ਪਹਿਲਵਾਨ ਜੀ, ਅੱਜ ਕੱਲ੍ਹ ਪ੍ਰੋਟੀਨ ਵਗੈਰਾ ਬਾਜ਼ਾਰ 'ਚ ਚੱਲਦੀ ਪਈ ਹੈ ਨਾ, ਅਤੇ ਇਹ ਪਹਿਲਵਾਨੀ 'ਚ ਕਿੰਨੀ ਕੁ ਜ਼ਰੂਰੀ ਹੈ, ਮਤਲਬ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ? ਜੇ ਆਪਾਂ ਅੱਜ ਦੇ ਦੌਰ ਦੇ ਹਿਸਾਬ ਨਾਲ ਗੱਲ ਕਰੀਏ ਨਾ, ਤਾਂ ਆਪਾਂ ਪ੍ਰੋਟੀਨ ਨੂੰ ਮਾੜਾ ਨਹੀਂ ਕਹਿ ਸਕਦੇ ਕਿ ਪ੍ਰੋਟੀਨ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ ਮੀਟ, ਆਂਡੇ ਆ, ਪਨੀਰ ਆ, ਇਹ ਉਹ ਸਾਰਾ ਕੁਝ ਇੱਦਾਂ ਹੀ ਇੱਕ ਪ੍ਰੋਟੀਨ ਇੱਕ ਬੜੀ ਨੈਚੁਰਲ ਮਤਲਬ ਵੀ ਇੱਕ ਤਰੀਕਾ ਆ ਉਹਦੇ ਆਪਾਂ ਮਤਲਬ ਡਾਈਟ ਲੈਣ ਦਾ। ਮੰਨ ਲਓ ਕਿ ਤੁਸੀਂ ਇੱਕ ਵੈਜੀਟੇਰੀਅਨ ਹੋ, ਤੁਸੀਂ ਮੀਟ ਨਹੀਂ ਖਾਂਦੇ, ਠੀਕ ਆ। ਮੀਟ ਦਾ ਕੋਈ ਇਹ ਨਹੀਂ ਕਿ ਮੀਟ ਖਾ ਕੇ ਕੋਈ ਭਲਵਾਨ ਬਣ ਜਾਂਦਾ। ਮੀਟ ਦਾ ਮਤਲਬ ਇਹ ਆ ਕਿ ਮੀਟ ਇੱਕ ਆਪਾਂ ਕਹਿ ਸਕਦੇ ਹਾਂ ਸੌਖਾ ਤਰੀਕਾ ਆ ਡਾਈਟ ਨੂੰ ਖਾਣ ਦਾ, ਠੀਕ ਆ। ਤੁਸੀਂ ਜ਼ੋਰ ਲੱਗੇ ਆ, ਤੁਹਾਨੂੰ ਜ਼ੋਰ ਲੱਗੇ 'ਚ ਬਾਅਦ 'ਚ ਬੰਦੇ ਨੂੰ ਇੱਕ ਕੋਈ ਲਿਕੁਇਡ ਦੀ ਜ਼ਰੂਰਤ ਹੁੰਦੀ ਆ, ਉਹ ਆਪਾਂ ਬਦਾਮ ਪੀ ਲਿਆ। ਜੇ ਜਿਹੜੇ ਬੰਦਾ ਨਹੀਂ ਵੀ ਬਦਾਮ ਜੋਗਾ ਹੈਗਾ ਨਾ, ਵਿਚਾਰਾ ਕੱਚੀ ਲੱਸੀ ਵੀ ਪੀ ਲੈਂਦਾ, ਠੀਕ ਆ। ਪ੍ਰੋਟੀਨ ਦਾ ਇਹ ਆ ਕਿ ਮਤਲਬ ਜਿੱਦਾਂ ਮੰਨ ਲਓ ਕਿ ਤੁਸੀਂ ਹੁਣ ਤੁਸੀਂ ਵੈੱਜ ਹੋ ਨਾ, ਤੁਸੀਂ ਮੀਟ ਨਹੀਂ ਖਾਣਾ ਬਾਅਦ 'ਚੋਂ, ਠੀਕ ਆ। ਤੁਹਾਨੂੰ ਚਾਹੀਦੀ ਆ ਛੋਲੇ, ਪਨੀਰ, ਮਤਲਬ ਦਾਲਾਂ ਵਗੈਰਾ, ਮਤਲਬ ਵੀ ਤੁਹਾਨੂੰ ਪ੍ਰੋਟੀਨ ਵਾਲੀਆਂ ਔਲ ਪੀਨਟਸ ਵਗੈਰਾ, ਇਹ ਪੀਨਟ ਬਟਰ, ਇਹ ਉਹ ਔਲ ਚੀਜ਼ਾਂ ਤੁਹਾਨੂੰ ਚਾਹੀਦੀਆਂ। ਅਤੇ ਤੁਸੀਂ ਹਰ ਰੋਜ਼ ਉਹ ਚੀਜ਼ਾਂ 'ਚੋਂ ਉਹ ਛੋਲਿਆਂ ਦਾ ਸੂਪ ਨਹੀਂ ਬਣਾ ਸਕਦੇ, ਤੁਸੀਂ ਕਿੱਦਾਂ ਰੋਜ਼ ਨਹੀਂ ਕਰ ਸਕਦਾ। ਜਿਹੜਾ ਪ੍ਰੋਟੀਨ ਆ ਉਹ 'ਤੇ ਤੁਸੀਂ 1-2 ਸਕੂਪ ਪਾਏ, ਮਿਹਨਤ ਕੀਤੀ, ਸਾਰਾ ਸਕੂਪ ਪਾਇਆ ਵਿੱਚ, ਆਪਣਾ ਥੋੜ੍ਹਾ ਪੀਨਟ ਬਟਰ ਵਗੈਰਾ ਜੇ ਉਹ ਵੀ ਪਾ ਲੈਂਦੇ, ਉਹ 'ਚ ਪ੍ਰੋਟੀਨ ਹੁੰਦਾ ਵਧੀਆ ਹੁੰਦਾ, ਉਹ ਪਾਇਆ। ਉਹ ਇੱਕ ਸੌਖਾ ਤਰੀਕਾ ਹੋ ਜਾਂਦਾ ਬੰਦੇ ਨੂੰ ਆਪਣਾ ਮਤਲਬ ਡਾਈਟ, ਮਤਲਬ ਆਪਣਾ ਪ੍ਰੋਟੀਨ ਪਾਇਆ, ਸ਼ੇਕ ਕੀਤਾ, ਪੀ ਲਿਆ, ਉਹ ਸੌਖਾ ਤਰੀਕਾ ਹੋ ਜਾਂਦਾ। ਜੇ ਹਾਂ ਵਧੀਆ ਕੰਪਨੀ ਇੱਕ ਓਰੀਜਨਲ ਚੀਜ਼ ਮਿਲ ਰਹੀ ਆ, ਪ੍ਰੋਟੀਨ ਵਗੈਰਾ, ਵਿਟਾਮਿਨਸ, ਫਿਸ਼ ਓਇਲ ਵਗੈਰਾ ਜਿਹੜੇ ਮੁੰਡੇ ਵਧੀਆ ਖਾਂਦੇ, ਇਹ ਚੀਜ਼ ਵਧੀਆ ਮਿਲ ਰਹੀ ਆ ਨਾ, ਅਤੇ ਆਪਾਂ ਉਸ ਚੀਜ਼ ਨੂੰ ਲੈ ਸਕਦੇ ਹਾਂ। ਇਹਦਾ ਕੋਈ ਨੁਕਸਾਨ ਨਹੀਂ ਆ। ਜਿਹੜੇ ਸਸਤੇ ਆ ਗੰਦਮੰਦ ਵਿੱਚ ਜਾਂਦੇ, ਕਈ ਮੁੰਡੇ ਨੂੰ ਕਹਿੰਦੇ ਮੇਰੇ ਕੋਲ ਟੀਕੇ ਪਏ ਆ, ਉਹ ਲਵਾ ਲਾ, ਇੱਦਾਂ ਚੜ੍ਹ ਜਾਏਗਾ। ਉਹ ਟੀਕਾ ਨਾ ਦਿਨਾਂ 'ਚ ਬੰਦਾ ਤਿਆਰ ਜ਼ਰੂਰ ਹੋ ਜਾਂਦਾ, ਪਰ ਉਹ ਜੋ ਪਹਿਲਾਂ ਹੈਗਾ ਨਾ ਉਹ ਵੀ ਨਹੀਂ ਰਹਿ ਪਾਉਂਦਾ। ਅਤੇ ਜੇ ਤੁਹਾਨੂੰ ਵਧੀਆ ਚੀਜ਼ ਮਿਲ ਰਹੀ ਹੈ ਨਾ, ਪ੍ਰੋਟੀਨ ਵਗੈਰਾ ਵਾਲਾ, ਜੇ ਤੁਹਾਡਾ ਬਾਹਰੋਂ ਕੋਈ ਬੈਠਾ ਉਹ ਵੀ ਪਹੁੰਚਾ ਦਿੰਦਾ, ਜਾਂ ਤੁਹਾਨੂੰ ਇੱਥੇ ਕਿਸੇ 'ਤੇ ਯਕੀਨ ਆ ਕਿ ਇਹ ਪ੍ਰੋਟੀਨ ਇਹਦਾ ਵਧੀਆ, ਤੁਸੀਂ ਆਪ ਤੋਂ ਸੀਨੀਅਰ ਭਲਵਾਨ ਨਾਲ ਗੱਲ ਕਰੋਗੇ, ਭਲਵਾਨ ਜੀ ਮੈਂ ਪ੍ਰੋਟੀਨ ਲੈ ਸਕਦਾ, ਮੈਂ ਇੰਨੀ ਮਿਹਨਤ ਕਰਦਾ ਵਾਂ, ਮੇਰੀ ਆਹ ਖੁਰਾਕ ਹੈ, ਮੈਂ ਪ੍ਰੋਟੀਨ, ਜੇ ਉਹ ਤੁਹਾਨੂੰ ਕਹੇ ਕਿ ਹਾਂ ਤੂੰ ਪ੍ਰੋਟੀਨ ਲੈ ਸਕਦਾ, ਅਤੇ ਪ੍ਰੋਟੀਨ ਲੈਣ ਵਿੱਚ ਕੋਈ ਵੀ ਹਰਜ ਨਹੀਂ ਹੈ, ਪ੍ਰੋਟੀਨ ਆਪਾਂ ਲੈ ਸਕਦੇ ਹਾਂ। ਅਤੇ ਪਹਿਲਵਾਨ ਜੀ, ਮਤਲਬ ਆਪਣਾ ਕੋਈ ਇੱਕ ਆਈਡਲ ਹੋਵੇ ਪਹਿਲਵਾਨ, ਜਾਂ ਵੈਸੇ ਮਨ ਨੂੰ ਚੰਗਾ ਲੱਗਦਾ ਹੋਵੇ, ਕੋਈ ਵੀ ਪਹਿਲਵਾਨ ਹੋਵੇ ਨਾ? ਹਾਂਜੀ, ਮੈਨੂੰ ਵੀਰ ਜੀ ਸਭ ਤੋਂ ਮਤਲਬ ਜਦੋਂ ਮੈਂ ਮਿੱਟੀ ਵੱਲ ਮੇਰਾ ਰੁਝਾਨ ਹੋਇਆ, ਮੈਨੂੰ ਉਦੋਂ ਕਮਲਜੀਤ ਭਲਵਾਨ ਜਿਹੜਾ ਦੁਮਛੜੀ ਆ ਜੀ, ਮੈਨੂੰ ਉਹਨਾਂ ਦੀ ਘੁਲਣੀ ਬਹੁਤ ਵਧੀਆ ਲੱਗਦੀ। ਉਹ ਬੰਦੇ ਨੂੰ ਮਤਲਬ ਵੀ ਖਿੱਚਦੇ ਸੀਗੇ, ਥਕਾਉਂਦੇ ਸੀਗੇ। ਅਤੇ ਇੱਕ ਮੈਂ ਖੰਨੇ ਹੁੰਦਾ ਨਾ, ਮੈਨੂੰ ਕ੍ਰਿਸ਼ਨ ਬੀਆਂਪੁਰੀ ਜਿਹੜੇ ਖੰਨੇ ਵਾਲਾ ਹੀ ਹੁੰਦਾ ਸੀਗਾ, ਸਾਡੇ ਲਈ ਤਾਂ ਖੰਨੇ ਵਾਲਾ ਕ੍ਰਿਸ਼ਨ ਹੀ ਆ, ਉਹਨਾਂ ਦੀ ਘੁਲਣੀ ਬਹੁਤ ਵਧੀਆ ਲੱਗਦੀ ਸੀਗੀ। ਉਹਨਾਂ ਦੀ ਘੁਲਣੀ ਵੀ ਇੱਦਾਂ ਸੀਗੀ। ਅਤੇ ਬਾਅਦ 'ਚ ਹੌਲੀ ਹੌਲੀ ਮੈਂ ਥੋੜ੍ਹਾ ਜਿੱਦਾਂ ਪੰਮਾ ਭਲਵਾਨ ਹੋ ਗਿਆ, ਬਿਲਕੁਲ ਇਹ ਨਿਤਨੇਮੀ ਭਲਵਾਨ ਨੇ, ਇਹਨਾਂ ਨੂੰ ਦੇਸੀ ਖੁਰਾਕਾਂ ਦਾ, ਦੇਸੀ ਮਿਹਨਤ ਦਾ ਬਹੁਤ ਪਤਾ। ਪੰਮਾ ਭਲਵਾਨ ਹੁਣ ਕਦੀ ਮੈਟ 'ਤੇ ਨਹੀਂ ਉਹ ਲੜੇ, ਮੈਂ ਆਪਣੇ ਚਲੋ ਗੱਲਬਾਤ ਹੁੰਦੀ ਰਹਿੰਦੀ, ਛੀਆਂ 'ਚ ਉਹਨਾਂ ਕੋਲ ਬੈਠੀ ਦਾ ਵਾ, ਉਹਨਾਂ ਕੋਲ ਗੁਣ ਲਈਦਾ ਕੋਈ,
ਤੇ ਮਿੱਟੀ ਵਾਲੇ ਬੰਨੇ ਮੈਨੂੰ ਇਹਨਾਂ ਦਾ ਪੰਮੇ ਭਲਵਾਨ ਹੋਰਾਂ ਦਾ, ਤੇ ਹੁਣ ਦੀ ਅੱਜ ਦੀ ਡੇਟ 'ਚ ਜਿੱਦਾਂ ਆਪਾਂ ਕਹਿ ਸਕਦੇ ਹਾਂ ਜੱਸਾ ਪੱਟੀ ਭਲਵਾਨ ਆ ਤੇ ਵਧੀਆ ਭਲਵਾਨ ਆ, ਉਹਨਾਂ ਦਾ ਮੈਨੂੰ ਮੈਂ ਕਹਿ ਸਕਦਾ ਕਿ ਇਹ 3-4 ਭਲਵਾਨ ਨੇ ਜਿਨ੍ਹਾਂ ਮੇਰੇ ਆਈਡਲ ਆ ਕਿ ਮੈਂ ਹਾਂ ਇਹਨਾਂ ਵਰਗਾ ਭਲਵਾਨ ਬਣਾ। ਤੇ ਪਹਿਲਵਾਨ ਜੀ ਹੁਣ ਤੱਕ ਮਤਲਬ ਹਿੰਦੁਸਤਾਨ ਦੇ ਕਿਹੜੇ ਪਹਿਲਵਾਨਾਂ ਨਾਲ ਤੁਹਾਡੀਆਂ ਕੁਸ਼ਤੀਆਂ ਹੋ ਚੁੱਕੀਆਂ ਨੇ? ਹਾਂਜੀ ਵੇਖੋ, ਜੇ ਤੇ ਬ੍ਰਦਰ ਆਪਾਂ ਨਾਮ ਲੈਣ ਲੱਗ ਪਈਏ ਤੇ ਮੈਨੂੰ ਤੇ ਖੁਦ ਨਹੀਂ ਯਾਦ ਵੀ ਮੇਰੀਆਂ ਕਿਹਦੇ ਨਾਲ, ਮਤਲਬ ਵੀ ਜਿੱਥੋਂ ਤੱਕ ਮੈਂ ਜਿਨ੍ਹਾਂ ਨੂੰ ਆਪਣਾ ਆਈਡਲ ਵੀ ਮੰਨਦਾ ਸੀਗਾ ਕਿ ਉਹਨਾਂ ਨੂੰ ਘੁਲਦੇ ਦੇਖਦਾ, ਮੈਂ ਉਹਨਾਂ ਨੂੰ ਮਿਲਣ ਨੂੰ ਵੀ ਤਰਸਦਾ ਸੀ ਨਾ ਕਿ ਇਹਨਾਂ ਨੂੰ ਦੇਖਣ ਨੂੰ ਤਰਸਣਾ। ਤੇ ਮੈਂ ਮਤਲਬ ਛਿੰਝਾਂ ਤੋਂ ਉਹਨਾਂ ਬਾਰੇ ਜਿੱਦਾਂ ਪਤਾ ਵੀ ਲੱਗਣਾ, ਉਹਨਾਂ ਦੀਆਂ ਫੋਟੋਆਂ ਮੈਂ ਦੇਖਦਾ ਹੁੰਦਾ ਸੀਗਾ। ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੈਂ ਵੱਡੇ ਮੱਲਾਂ ਨਾਲ ਸਾਰਿਆਂ ਨਾਲ ਮੇਰੀਆਂ ਹੱਥ ਜੋੜੀਆਂ ਹੋਈਆਂ, ਮੇਰੀਆਂ ਕੁਸ਼ਤੀਆਂ ਵੀ ਹੋਈਆਂ ਤੇ ਮੈਂ ਹਰਿਆ ਵੀ ਹਾਂ, ਮੈਂ ਬਰਾਬਰ ਵੀ ਲੜਿਆ ਉਹਨਾਂ ਨਾਲ। ਜਿੱਦਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਮਲਜੀਤ ਭਲਵਾਨ ਜੀ, ਜਿਨ੍ਹਾਂ ਨੂੰ ਮੈਂ ਇੱਕ ਆਈਡਲ ਮੰਨਦਾ ਸੀਗਾ, ਉਹ ਵੱਡੇ ਭਲਵਾਨ ਆ। ਮੈਂ ਉਹਨਾਂ ਨਾਲ ਮੈਨੂੰ ਪਹਿਲਾਂ ਉਹਨਾਂ ਨੇ ਮੈਨੂੰ ਜਿੱਤਿਆ ਵੀ, ਇੱਕ ਦਿਨ ਮੈਂ ਉਹਨਾਂ ਨਾਲ ਕੁਸ਼ਤੀ ਵੀ ਲੜਿਆ, ਬਰਾਬਰ ਵੀ ਲੜਿਆ, ਮੈਂ ਵਧੀਆ ਉਹਨਾਂ ਨਾਲ ਕਰਾਇਆ। ਪੰਮੇ ਭਲਵਾਨ ਜੀ ਨਾਲ ਪਹਿਲਾਂ ਉਹ ਚਲੋ ਤਕੜੇ ਸੀਗੇ ਤੇ ਅੱਜ ਵੀ ਮੈਂ ਕਹਿੰਦਾ ਨਹੀਂ ਮਾੜੇ, ਉਹ ਤਕੜੇ ਸੀਗੇ। ਇੱਕ ਦਿਨ ਮੈਂ ਉਹਨਾਂ ਨਾਲ ਵੀ ਬਰਾਬਰ ਲੜਿਆ, ਪੰਮੇ ਭਲਵਾਨ ਜੀ। ਕ੍ਰਿਸ਼ਨ ਭਲਵਾਨ ਨਾਲ ਪੰਜਾਬ ਦੇ ਜਿੰਨੇ ਵੀ ਆ ਟੌਪ ਦੇ, ਆਪਣਾ ਧਰਮਿੰਦਰ ਭਲਵਾਨ ਹੋ ਗਿਆ, ਆਪਣਾ ਬੱਗਾ ਭਲਵਾਨ ਕੋਹਾਲੀ, ਪ੍ਰਿੰਸ ਭਲਵਾਨ ਤੇ ਇੱਕ ਜਗਰੂ ਭਲਵਾਨ ਜੀ ਨਾਲ, ਉਹ ਤੁਹਾਨੂੰ ਪਤਾ ਉਹਨਾਂ ਨਾਲ ਮੇਰੀ ਕੁਸ਼ਤੀ ਨਹੀਂ, ਉਦੋਂ ਤਕੜੇ ਸੀਗੇ, ਮੈਂ ਉਦੋਂ ਛੋਟਾ ਸੀਗਾ। ਤੇ ਆਪਾਂ ਹੋਰ ਖਾੜੇ ਡੁਮਛੜੀ ਖਾੜੇ 'ਚ ਜੇ ਗੱਲ ਕਰੀਏ ਤੇ ਕਮਲਜੀਤ ਭਲਵਾਨ ਨਾਲ ਹੋ ਗਿਆ, ਤੇ ਤੀਰਥ ਭਲਵਾਨ ਫਗਵਾੜੇ ਵਾਲਾ। ਹਿੰਦੁਸਤਾਨ ਦੇ ਜਿਹੜੇ ਸਤਿੰਦਰ ਮੋਖਰੀਆ ਭਲਵਾਨ ਜੀ, ਉਹ ਵਧੀਆ ਭਲਵਾਨ, ਉਹਨਾਂ ਨਾਲ ਮੇਰੀ 30 ਮਿੰਟ ਬਰਾਬਰ ਹੋਈ ਸੀ ਕੁਸ਼ਤੀ ਉੱਥੇ ਆਪਣਾ ਹਮੀਰਪੁਰ ਦੇ ਕੋਲ ਸੀਗਾ ਕੋਈ ਪਿੰਡ। ਤੇ ਹੋਰ ਵੀ ਬਹੁਤ ਮੇਰੇ ਹੁਣ ਥੋੜ੍ਹੇ ਇੰਨੇ ਦਿਮਾਗ 'ਚ ਨਹੀਂ, ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਜਿਹੜੇ ਟੌਪ ਦੇ ਭਲਵਾਨ ਅੱਜ ਦੇ ਲੇਟੈਸਟ ਭਲਵਾਨ ਨੇ ਤਗੜੇ। ਤੇ ਪ੍ਰਿਤਪਾਲ ਭਲਵਾਨ ਹੋ ਗਿਆ ਜਿਹੜਾ ਇਸ ਟਾਈਮ ਵਧੀਆ, ਗਣੀ ਭਲਵਾਨ ਹੁਸ਼ਿਆਰਪੁਰ ਵਾਲਾ ਹੋ ਗਿਆ। ਤੇ ਮੇਰੀ ਰੂਬਲ ਭਲਵਾਨ ਨਾਲ ਨਹੀਂ ਕੁਸ਼ਤੀ ਹੋਈ, ਉਹ ਨਹੀਂ, ਬਾਕੀ ਮੇਰੇ ਸਾਰੀਆਂ ਲਗਭਗ ਸਾਰੇ ਭਲਵਾਨਾਂ ਨਾਲ ਮੇਰੀਆਂ ਕੁਸ਼ਤੀਆਂ ਹੋਈਆਂ। ਪਹਿਲਵਾਨ ਜੀ ਜ਼ਿੰਦਗੀ 'ਚ ਦੋ ਤਰ੍ਹਾਂ ਦੇ ਇਨਸਾਨ ਮਿਲਦੇ ਨੇ, ਇੱਕ ਚੰਗਾ ਤੇ ਇੱਕ ਮਾੜਾ। ਤੇ ਚਲੋ ਮਾੜੇ ਨੇ ਤਾਂ ਮੈਂ ਪੁੱਛੂੰਗਾ ਨਹੀਂ ਕਿ ਜਿਹੜੇ ਬੰਦੇ ਤੋੜਦੇ ਨੇ ਆਦਮੀ ਨੂੰ, ਹੈ ਨਾ, ਪਰ ਉਹਨਾਂ ਚੰਗੇ ਬੰਦਿਆਂ ਦਾ ਨਾਂ ਜ਼ਰੂਰ ਸਾਂਝਾ ਕਰੋ ਜਿਨ੍ਹਾਂ ਨੇ ਸਾਥ ਦਿੱਤਾ ਹੋਵੇ ਆਪਣਾ। ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕਿ ਜ਼ਿੰਦਗੀ 'ਚ ਦੋ ਤਰ੍ਹਾਂ ਦੇ ਇਨਸਾਨ ਮਿਲਦੇ ਆ। ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਮਾਂ ਪਿਓ ਹੈ ਜੀ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਮਾਂ ਪਿਓ, ਭੈਣ ਭਰਾ ਤੇ ਕੋਚ ਸਾਹਿਬ ਮੇਰੇ, ਠੀਕ ਆ, ਤੇ ਨਿੰਮੇ ਭਾਈ ਹੋਰੀ, ਨਿਰਮਲ ਭਲਵਾਨ ਹੋਣੀ, ਤੇ ਮੇਰੇ ਜਿਹੜੇ ਯਾਰ ਦੋਸਤ ਆ ਕੁਛ ਇੱਦਾਂ ਦੇ ਆ ਕਿ ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਆ ਮੈਨੂੰ ਅਪ ਕਰਨ 'ਚ, ਮੈਨੂੰ ਜੋੜਨ 'ਚ। ਤੇ ਕੁਛ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਮੈਨੂੰ ਤੋੜਨ ਦੀ ਬੜੀ ਕੋਸ਼ਿਸ਼ ਕੀਤੀ, ਬਾਕੀ ਪਰਮਾਤਮਾ ਦੀ ਮਿਹਰ ਰਹੀ ਆ, ਮੈਂ ਟੁੱਟਿਆ ਨਹੀਂ ਤੇ ਆਪਾਂ ਚੜ੍ਹਦੀ ਕਲਾ ਵੱਲ ਹੋ ਗਏ। ਤੇ ਪਹਿਲਵਾਨ ਜੀ ਆਪਣਾ ਨਿਊ ਜਨਰੇਸ਼ਨ ਨੂੰ ਕੋਈ ਮੈਸੇਜ ਦਿਓ। ਬਿਲਕੁਲ ਜੀ, ਮੈਂ ਤੇ ਚਲੋ ਮੈਂ ਇੰਨੇ ਕਾਬਿਲ ਨਹੀਂ ਆ ਕਿ ਮੈਂ ਕੋਈ ਇਹਨਾਂ ਨੂੰ ਕਹਿ ਸਕਾਂ। ਬਾਕੀ ਜੇ ਫਿਰ ਵੀ ਕਿਸੇ ਨੂੰ ਮੇਰੀ ਗੱਲ ਚੰਗੀ ਲੱਗਦੀ ਹੋਊਗੀ ਤੇ ਮੈਂ ਸਭ ਤੋਂ ਪਹਿਲਾਂ ਮੈਸੇਜ ਮੇਰਾ ਇਹ ਆ ਕਿ ਗੇਮ ਕੋਈ ਵੀ ਕਰ ਲਓ, ਜ਼ਰੂਰ ਕਰੋ ਗੇਮ। ਆਪ ਤੁਹਾਡੀ ਕੋਈ ਨਾ ਕੋਈ ਐਕਟੀਵਿਟੀ ਹੋਣੀ ਚਾਹੀਦੀ ਹੈ, ਤੁਹਾਡੀ ਬੋਡੀ ਬਿਲਕੁਲ ਸਹੀ ਰਹੂਗੀ ਸਾਰੀ ਉਮਰ। ਗੇਮ ਕੋਈ ਵੀ ਕਰ ਲਓ, ਨਸ਼ਾ ਅਵੋਇਡ ਕਰ ਦਿਓ। ਸਾਡਾ ਸਾਰਾ ਜਿਹੜਾ ਕਲਚਰ ਆ, ਸਾਰਾ ਕੁਛ ਨਾ ਮਿੱਟੀ ਹੋ ਗਿਆ, ਇਹ ਸਾਰਾ ਕੁਝ ਹੋਇਆ ਨਸ਼ੇ ਦੀ ਵਜ੍ਹਾ ਨਾਲ। ਤੇ ਆਪਾਂ ਸਰਕਾਰਾਂ 'ਤੇ ਵੀ ਬੜਾ ਬਲੇਮ ਕਰਦੇ ਹਾਂ ਇਹ ਉਹ। ਬਾਕੀ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਵੱਲ ਵੇਖ ਕੇ ਤੇ ਆਪਣੇ ਆਪ 'ਤੇ ਕਿ ਸਰਕਾਰਾਂ ਹੁਣ ਸਾਡੇ ਤਲੀ 'ਤੇ ਰੱਖ ਕੇ ਤੇ ਸਾਨੂੰ ਚਿੱਟਾ ਲਵਾਉਣ ਨਹੀਂ ਰਹੀਆਂ। ਤੇ ਆਪਾਂ ਕਿਸੇ 'ਤੇ ਬਲੇਮ ਕਰਨ ਤੋਂ ਪਹਿਲਾਂ ਆਪਾਂ ਆਪਣੇ ਆਪ ਅੰਦਰ ਝਾਤੀ ਮਾਰ ਕੇ ਨਸ਼ਾ ਅਵੋਇਡ ਕਰੀਏ। ਤੇ ਗੇਮ ਕੋਈ ਵੀ ਆ ਉਹ ਜ਼ਰੂਰ ਕਰੋ। ਤੇ ਜੇ ਭਲਵਾਨੀ ਕਰਨੀ ਆ ਨਾ, ਤੇ ਇਹ ਨਹੀਂ ਕਿ ਸਿਰਫ ਭਲਵਾਨੀ ਕਰਨੀ ਆ, ਉਹਨੂੰ ਨਾਲ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਆ। ਅੱਜ ਦੇ ਸਮੇਂ ਵਿੱਚ ਪੜ੍ਹਾਈ ਤੋਂ ਬਗੈਰ ਬੰਦਾ ਜ਼ੀਰੋ ਆ। ਜੇ ਉਹਨੂੰ ਕੁਛ ਪੜ੍ਹਨਾ ਨਹੀਂ ਆਉਂਦਾ, ਲਿਖਣਾ ਨਹੀਂ ਆਉਂਦਾ, ਉਹ ਜ਼ੀਰੋ ਆ। ਕੱਲ੍ਹ ਨੂੰ ਤੁਸੀਂ ਬਾਹਰ ਅੰਦਰ ਕਿਤੇ ਵੀ ਜਾਂਦੇ ਹੋ, ਤੁਸੀਂ ਉਹੋ ਹੀ ਦੇਸੀਆਂ ਦੀ ਤਰ੍ਹਾਂ ਗੱਲ ਕਰਦੇ ਹੋ ਨਾ, ਤੇ ਉਹ ਬਹੁਤ ਜ਼ਿਆਦਾ ਗੱਲ ਨਾ ਮਤਲਬ ਵੀ ਦੂਰ ਤੱਕ ਜਾਂਦੀ ਆ ਕਿ ਇਹ ਭਲਵਾਨ ਦੇਸੀ ਹੁੰਦੇ ਆ, ਇਹ ਕਈ ਸਾਨੂੰ ਕਹਿ ਦਿੰਦੇ ਆ ਖੋਤੇ ਹੁੰਦੇ ਆ, ਇਹ ਉਹ। ਆਪਾਂ ਉਹ ਜਿਹੜਾ ਵੀ ਆ ਉਹ ਚਲੋ ਕਹਿਣਾ ਤੇ ਉਹਨਾਂ ਦਾ ਗਲਤ ਆ, ਵੈਸੇ ਬਣਦਾ ਨਹੀਂ ਆ। ਬਾਕੀ ਉਹ ਆਪਾਂ ਉਹ ਚੀਜ਼ ਨੂੰ ਆਪਾਂ ਕਲੀਅਰ ਕਰਕੇ ਦਿਖਾਉਣਾ ਕਿ ਹਾਂ ਭਲਵਾਨ ਵੈਲ ਐਜੂਕੇਟਡ ਵੀ ਹੋ ਸਕਦੇ ਨੇ, ਭਲਵਾਨ ਕੋਚ ਬਣ ਸਕਦੇ ਆ। NIS ਕਲੀਅਰ ਕਰਕੇ ਕੋਚਿਸ ਬਣੇ ਨੇ ਭਲਵਾਨ MA, ਮਤਲਬ ਵੀ ਇੱਥੋਂ ਤੱਕ ਕਿ ਭਲਵਾਨ ਵਕੀਲ ਤੱਕ ਬਣ ਗਏ ਆ ਭਲਵਾਨ। ਵੀ ਸਾਨੂੰ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਆ। ਆਉਂਦੀ ਜਨਰੇਸ਼ਨ ਨੂੰ ਮੈਂ ਕਹਿਣਾ ਚਾਹੂੰਗਾ ਕਿ ਪੜ੍ਹੋ, ਖੇਡੋ ਤੇ ਮਤਲਬ ਵੀ ਗਰੋਥ ਹੋ। ਹਾਂਜੀ, ਲਾਸਟ 'ਤੇ ਮੈਂ ਇਹੋ ਹੀ ਕਹਿਣਾ ਚਾਹੂੰਗਾ ਕਿ ਚਲੋ ਗੱਲਾਂ ਭਲਵਾਨੀ ਬਾਰੇ ਵੀ ਬਹੁਤ ਹੋ ਗਈਆਂ,
ਤੇ ਇਹ ਆਪਣਾ ਅਮਿਤ ਵੀਰ ਆ, ਅਮਿਤ ਠਾਕਰ ਵੀਰ ਆ, ਤੇ ਇਹ ਭਲਵਾਨੀ ਨਾਲ ਇਹਦਾ ਵਿਚਾਰੇ ਦਾ ਜਿੱਦਾਂ ਕਹਿ ਸਕਦੇ ਇਹਨਾਂ ਨਾਲ ਆਪਣਾ ਉਹਨਾਂ ਸਾਡਾ ਨਹੀਂ ਪਿਆਰ ਹੋਣਾ ਜਿੰਨਾ ਇਹਦਾ ਪਿਆਰ ਆ। ਤੇ ਭਲਵਾਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ। ਫ੍ਰੀ ਫੰਡ 'ਚ ਸਭ ਕੁਛ ਭਲਵਾਨਾਂ ਬਾਰੇ ਜਾਣਕਾਰੀ ਇੱਧਰੋਂ ਇੱਧਰ ਪਹੁੰਚਾਉਂਦੇ ਨੇ, ਵਧੀਆ ਰਿਪੋਰਟਸ ਵਗੈਰਾ ਕੁਸ਼ਤੀਆਂ ਦਿੰਦੇ ਨੇ। ਤੇ ਇਹ ਵੀਰ ਦੇ ਚੈਨਲ ਨੂੰ ਆਪਾਂ ਵੱਧ ਤੋਂ ਵੱਧ ਮਤਲਬ ਵੀ ਸ਼ੇਅਰ ਕਰੀਏ, ਸਪੋਰਟ ਕਰੀਏ, ਸਬਸਕ੍ਰਾਈਬ ਕਰੀਏ। ਤੇ ਕੁਸ਼ਤੀ ਦੇ ਵਾਰਸ ਚੈਨਲ ਆ, ਤੇ ਫੇਸਬੁੱਕ ਤੇ ਕੁਸ਼ਤੀ ਸਾਡੀ ਜਿੰਦ ਜਾਨ ਆ, ਤੇ YouTube ਤੇ ਕੁਸ਼ਤੀ ਦੇ ਵਾਰਸ ਆ ਨਾ ਭਾਈ। ਤੇ ਇਹਨੂੰ ਆਪਾਂ ਮਤਲਬ ਵੀ ਜਿੱਦਾਂ ਕਹਿ ਸਕਦੇ ਨਾ ਅਰਸ਼ਾਂ ਤੋਂ ਅੰਬਰਾਂ ਤੱਕ ਲੈ ਕੇ ਜਾਣਾ ਇਹ ਚੈਨਲ ਨੂੰ, ਤਾਂ ਕਿ ਮਤਲਬ ਵੀ ਇਹ ਵੀ ਇੰਨੇ ਮੋਟੀਵੇਟ ਹੋਣ ਕਿ ਯਾਰ ਅਸੀਂ ਕੁਸ਼ਤੀ ਨਾਲ ਜੁੜੇ ਹਾਂ, ਅਸੀਂ ਕੁਛ ਜ਼ਿੰਦਗੀ 'ਚ ਪ੍ਰਮਾਤਮਾ ਚਲੋ ਭਾਵੇਂ ਇਹ ਆਪ ਨਾ ਲਾਲਚ ਕਰਦੇ ਹੋਣ ਕਿ ਅਸੀਂ ਮਸ਼ਹੂਰ ਹੋਈਏ ਜਾਂ ਸਾਨੂੰ ਕੋਈ ਫਾਇਦਾ ਹੋਵੇ, ਬਟ ਸਾਡਾ ਫਰਜ਼ ਆ ਕਿ ਇਹਨਾਂ ਨੂੰ ਮਤਲਬ ਵੀ ਕੁਛ ਨਾ ਕੁਛ ਇਹ ਭਲਵਾਨੀ ਤੋਂ ਲੈ ਕੇ ਜਾਣ, ਕਿ ਇਹ ਵੀ ਮਤਲਬ ਜ਼ਿੰਦਗੀ 'ਚ ਇਹ ਯਾਦ ਕਰਨ ਕਿ ਭਲਵਾਨੀ ਨਾਲ ਜੁੜੇ ਹਾਂ, ਕਿ ਸਾਨੂੰ ਕੁਛ ਨਾ ਕੁਛ ਹਾਸਲ ਹੋਇਆ। ਧੰਨਵਾਦ ਜੀ। ਸੋ ਦੋਸਤੋ, ਸਾਰੇ ਕੁਸ਼ਤੀ ਸ਼ੌਕੀਨ ਵੀਰਾਂ ਨਾਲ ਬੇਨਤੀ ਹੈ ਕਿ ਆਪਣੇ ਚੈਨਲ ਨੂੰ, ਇਹ ਤੁਹਾਡਾ ਚੈਨਲ ਹੈ, ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ। ਤੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਸਾਰੇ ਨਵੇਂ ਪੁਰਾਣੇ ਛੋਟੇ ਤੇ ਵੱਡੇ ਪਹਿਲਵਾਨ ਹਰ ਕਿਸੇ ਨੂੰ ਤੁਹਾਡੇ ਨਾਲ ਸਾਹਮਣੇ ਪੇਸ਼ ਕਰਦੇ ਰਵਾਂਗੇ। ਤੇ ਬਹੁਤ ਬਹੁਤ ਧੰਨਵਾਦ।